ਤੁਸੀਂ ਵਕੀਲ ਸਾਹਿਬ ਇਕੱਲੇ ਜਿਹੜੇ ਪੰਜਾਬੀ ਗਾਇਕ ਨੇ ਉਹਨਾਂ ਦੇ ਮਗਰ ਕਿਉਂ ਪਏ ਹੋ? ਹਿੰਦੀ ਭਰਮਾਰ ਹੈ ਸੀਰੀਅਲਾਂ ਦੇ ਵਿੱਚ ਵੇਖਿਆ ਕਦੇ ਤੁਸੀਂ? ਖਾਸ ਕਰਕੇ ਜਿਹੜਾ ਸਾਡਾ ਸ਼ਹਿਰੀ ਤਬਕਾ ਉਹ ਤਾਂ ਵੱਡੀ ਗਿਣਤੀ 'ਚ ਹਿੰਦੀ ਨੂੰ ਦੇਖਦਾ ਨਾ, ਤਾਂ ਤੁਸੀਂ ਪਰਿਵਾਰ 'ਚ ਬੈਠ ਕੇ ਕੋਈ ਆਪਣਾ ਪਿਤਾ ਜਿਹੜਾ ਆਪਣੀ ਧੀ ਨਾਲ ਬੈਠ ਕੇ ਉਹ ਸੀਰੀਅਲ ਹੀ ਨਹੀਂ ਵੇਖ ਸਕਦਾ, ਤੁਸੀਂ ਉਧਰ ਕਿਉਂ ਨਹੀਂ ਜਾਂਦੇ? ਦੋ ਭਰਾ ਨਹੀਂ ਇਕੱਠੇ ਵੇਖ ਸਕਦੇ। ਇਹ ਜਦੋਂ ਮੈਂ ਸ਼੍ਰੀ ਬਰਾੜ ਤੇ ਕੇਸ ਕੀਤਾ, ਕੁਝ ਮੇਰੇ ਚਾਹਵਾਨ ਨੇ ਉਹਨਾਂ ਨੇ ਬੜੇ ਵਧੀਆ ਕਮੈਂਟ ਨਹੀਂ, ਅੱਜ ਦੀ ਗੱਲ ਥੋੜੀ ਨਾ, ਤੁਸੀਂ ਮੈਂ ਦੇਖਦਾ ਹੀ ਨਹੀਂ। ਮੇਰੇ ਘਰ 'ਚ ਟੀਵੀ ਮੇਰੀ ਸਿਰਫ ਵਾਈਫ ਵੇਖਦੀ ਹੈ ਤੇ ਜਾਂ ਮੇਰਾ ਬੱਚਾ ਕਾਰਟੂਨ ਵੇਖਦਾ। ਮੈਂ ਟੀਵੀ ਵੇਖਿਆ, ਮੈਂ ਉਹਦੀ ਸ਼ਕਲ ਵੇਖਿਆ, ਮੈਂ ਰੋਜ਼ ਵੇਖਦਾ, ਪਰ ਚਲਾ ਕੇ ਮੈਂ ਸ਼ਾਇਦ ਕਦੀ ਨਹੀਂ ਵੇਖਿਆ। ਮੇਰੇ ਦਫ਼ਤਰ 'ਚ ਵੀ ਲੱਗੇ, ਇੱਕ ਛੱਡ ਕੇ ਦੋ ਲੱਗੇ ਨੇ। ਸਾਨੂੰ ਸਾਡੀਆਂ ਕਿਤਾਬਾਂ 'ਚੋਂ ਬਾਹਰ ਨਿਕਲਣ ਦਾ ਟਾਈਮ ਮਿਲੇ ਤੇ ਅਸੀਂ ਟੀਵੀ ਵੇਖੀਏ। ਪਰ ਜਦੋਂ ਇਹ ਸ਼੍ਰੀ ਬਰਾੜ ਵਾਲਾ ਕੇਸ ਕੀਤਾ, ਮੈਨੂੰ ਕੁਝ ਦੋਸਤਾਂ ਦੇ ਫੋਨ ਆਏ। ਮਤਲਬ ਤੁਸੀਂ ਪੰਜਾਬੀ ਇਹਨਾਂ ਸਿੰਗਰਾਂ ਵਾਸਤੇ ਤੁਹਾਡੇ ਕੋਲ ਟਾਈਮ ਹੁੰਦਾ, ਦੂਜੇ ਪਾਸੇ ਤੁਹਾਡੇ ਕੋਲ ਟਾਈਮ ਨਹੀਂ। ਇਹੋ ਇੱਥੇ ਫਰਕ ਹੈ। ਮੇਰੇ ਕੋਲ ਉਹਨਾਂ ਲਈ ਵੀ ਟਾਈਮ ਨਹੀਂ ਸੀ ਹੈਗਾ। ਜਿਹੜੇ ਮੇਰੇ ਜੂਨੀਅਰ ਬੱਚੇ ਆਉਂਦੇ ਆ ਨਾ, ਮੇਰੇ ਕੋਲ ਇੰਟਰਨਸ ਆ ਗਏ ਜਾਂ ਮੇਰੇ ਜੂਨੀਅਰ ਐਸੋਸੀਏਟ ਆਉਂਦੇ ਆ ਜਿਹੜੇ 21 22 23 24 25 ਸਾਲਾਂ ਵਾਲੇ, ਉਹ ਮੈਨੂੰ ਦੱਸਦੇ ਜਦੋਂ ਮੇਰੀ ਆਈਡੀ। ਉਹ ਤੁਹਾਡੇ ਜੂਨੀਅਰ ਪਿੰਡਾਂ ਦੇ ਰਹਿਣ ਵਾਲੇ ਨੇ, ਸ਼ਹਿਰਾਂ ਦੇ ਰਹਿਣ ਵਾਲੇ? ਮਿਕਸ ਨੇ ਜੀ, ਬੜੇ ਅੱਛੇ ਪੌਸ਼ ਘਰਾਂ ਦੇ ਵੀ ਨੇ, ਚੰਗਿਆਂ ਘਰਾਂ ਦੇ, ਬੜੇ ਅਫਸਰਾਂ ਦੇ ਬੱਚੇ ਵੀ ਨੇ ਮੇਰੇ ਕੋਲ। ਤੇ ਉਹ ਫਿਰ ਤੁਹਾਨੂੰ ਹਿੰਦੀ ਬਾਰੇ ਨਹੀਂ ਕਦੀ ਕਹਿੰਦੇ? ਫਿਰ ਮੈਂ ਜੇ ਗੱਲ ਕਰਾਂ ਮਨਕੀਰਤ ਔਲਖ ਦੀ, ਉਹਨੇ ਗਾਣਾ ਗਾਤਾ ਕਿ ਚੱਕੀ ਉਹ ਵਕੀਲ ਫਿਰਦੇ ਉਹ ਤਾਂ ਰਫਲ ਦੇ ਖੋਖੇ। ਮੈਂ ਕਿਹਾ ਬਈ ਰਫਲ ਦਾ ਖੋਖਾ ਤੁਹਾਨੂੰ ਕਿੰਨਾ ਕੁ ਮਹਿੰਗਾ ਪੈਣਾ ਨਾ, 302 ਵੀ ਲੱਗਦੀ ਹੈ, ਸੋ ਬਚਾ ਨਹੀਂ ਹੁੰਦਾ। ਹਾਂ ਨਹੀਂ ਵਕੀਲ ਸਾਹਿਬ, ਤੁਸੀਂ ਕਹਿ ਰਹੇ ਹੋ ਕਦੇ ਤੁਸੀਂ ਚੱਲ ਚਾਹੇ ਅੱਜ ਇਸ ਦੁਨੀਆ ਤੇ ਨਹੀਂ ਹੈਗੇ, ਚਾਹੇ ਮੂਸੇਵਾਲਾ ਸਣ ਜਾਂ ਚਾਹੇ ਮਨਕੀਰਤ ਔਲਖ ਦੀ ਤੁਸੀਂ ਗੱਲ ਕਰੀ, ਤੁਸੀਂ ਤੁਹਾਡੇ ਸ਼ਬਦ ਹੀ ਨੇ। ਤੁਸੀਂ ਪਿਛਲੀ ਇੰਟਰਵਿਊ 'ਚ ਕਿਹਾ ਸੀ ਆਮ ਲੋਕ ਵੀ ਬੋਲਦੇ ਨੇ, ਕਹਿੰਦੇ ਜੇ ਥੋੜੀ ਮੋਟੀ ਕਿਤੇ ਅੱਗ ਹੋਵੇ ਧੂੰਆਂ ਤਾਂ ਹੀ ਨਿਕਲਦਾ। ਬਿਲਕੁਲ ਠੀਕ। ਉਹਨਾਂ ਨੇ ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾ ਨਾ, ਕਿਸੇ ਨੇ ਆਪਣਾ 4 ਲਾਈਨਾਂ ਜਿਹੜੀਆਂ ਵਾਹ ਦਿੱਤੀਆਂ। ਜੇ ਵਕੀਲਾਂ ਨੂੰ ਕੋਈ ਮੀਲ ਵਾਲੀ ਉਹਨਾਂ ਨੇ ਗੱਲ ਕਰੀ ਹੈ, ਕੋਈ ਕਾਰਨ ਤਾਂ ਹੋਊਗਾ ਹੀ, ਕਿਤੇ ਨਾ ਕਿਤੇ ਤਾਂ ਵੀਕ ਪੁਆਇੰਟ ਹੋਣਗੇ। ਇਹ ਮੈਂ ਤੁਹਾਨੂੰ ਇੱਕ ਪੁਆਇੰਟ ਦੱਸਿਆ, ਇਹਦੇ ਨਾਲ ਦੇ 70 ਪੁਆਇੰਟ ਨੇ। ਜਿਹੜੇ ਕਮੈਂਟਾਂ 'ਚ ਗਾਲਾਂ ਲਿਖਦੇ ਉਹਨਾਂ ਦੇ ਪਰਚੇ ਹੋਣਗੇ, 10 ਕੀ ਪਰਚੇ ਕਰਾਣੇ, ਮੁੜ ਕੇ ਬੰਦ ਹੋ ਜਾਣੀਆਂ। ਗੱਲ ਲਿਖੋ ਨਾ ਆਪਣੀ, ਮਰਦ ਦੇ ਬੱਚੇ ਤੇ ਗੱਲ ਲਿਖੋ, ਗਾਲ ਕਿਉਂ ਕੱਢਦੇ ਹੋ? ਤੇ ਜਿਹੜੇ ਬੰਦੇ ਗਾਲ ਲਿਖਦੇ ਆ ਉਹ 10ਵੀਂ ਪਾਸ ਨਹੀਂ ਕਰ ਸਕੇ, ਤੇ ਜਿਹੜਾ ਬੰਦਾ 10ਵੀਂ ਪਾਸ ਨਹੀਂ ਕਰ ਜਾਏ, ਇਹੋ ਜਿਹੇ ਬੰਦੇ ਦਾ ਉਹ ਕਹਿੰਦੇ ਨਾ ਪਿੰਡ 'ਚ ਹਾਥੀ ਆ ਜੇ ਤੇ ਬੜੇ ਕੁੱਤੇ ਭੌਂਕਦੇ, ਉਹਨਾਂ ਦੀ ਪੂਛ ਜ਼ਰੂਰ ਵੇਖਿਆ ਕਰੋ ਕਿੱਥੇ ਆ। ਇਸ ਗੱਲ ਦਾ ਸਵਾਲ, ਇਸ ਗੱਲ ਦਾ ਮਤਲਬ ਕਿਸੇ ਉਹਦੇ ਨਾਲ ਨਹੀਂ, ਕਿਸੇ ਦੀ ਉਦਾਹਰਣ ਦੱਸ ਰਿਹਾ ਮੈਂ। ਨਹੀਂ, ਕਿਸੇ ਦੀ ਸਿਆਣਪ ਦਾ ਤੁਸੀਂ ਮਾਪਦੰਡ 10ਵੀਂ ਜਾਂ +2 ਹੈ ਜਾਂ MA ਉਹਦੇ ਨਾਲ ਕਰੋਗੇ? ਸਾਡੇ ਦੁਨੀਆ ਦੇ ਵਿਗਿਆਨੀ ਜਿੰਨੇ ਜਾਰਜ ਸਟੀਫਨ, ਉਹਨਾਂ ਤੋਂ ਇਲਾਵਾ ਚੌਥੀ ਪਾਸ ਬੰਦੇ ਐਡੀਸਨ ਸਾਹਿਬ, ਸਾਰੇ ਅਨਪੜ੍ਹ ਜਿਹਨੇ ਵਿਗਿਆਨੀ ਜਿਹੜੇ ਨੇ। ਪਰ ਮੇਰੀ ਇੱਕ ਸ਼ਰਤ ਹੈ, ਅੱਜ ਦੇ ਜ਼ਮਾਨੇ 'ਚ ਵੋਟਿੰਗ ਲਈ ਘੱਟੋ ਘੱਟ ਗ੍ਰੈਜੂਏਟ ਬੰਦਾ ਲਵੋ, ਜਿਹਨੂੰ ਪੁੱਛੋ ਕਿ ਕਿਆ ਅਸੀਂ ਆਪਣੇ ਵੰਸ਼ ਨੂੰ, ਆਪਣੇ ਪਰਿਵਾਰ ਨੂੰ, ਆਪਣੇ ਪੰਜਾਬ ਨੂੰ ਇਹ ਵਿਰਾਸਤ 'ਚ ਦੇ ਕੇ ਜਾਣਾ ਚਾਹੁੰਦੇ ਆ ਗੰਦੀਆਂ ਗਾਲਾਂ। 10ਵੀਂ ਪਾਸ ਬੰਦੇ ਦੇ ਕਮੈਂਟ, ਜਿਹੜਾ ਫੇਲ ਹੋ ਗਿਆ ਜਾਂ ਨਕਲ ਮਾਰ ਕੇ ਪਾਸ ਕਰ ਗਿਆ, ਉਹੋ ਜਿਹੇ ਬੰਦੇ ਦੇ ਕਮੈਂਟ ਦੀ ਕੋਈ ਵੈਲਿਊ ਨਹੀਂ। ਤੁਸੀਂ 10ਵੀਂ ਪਾਸ ਦੀ ਜਾਂ ਪੜ੍ਹਾਈ ਦੀ ਗੱਲ ਕਰਦੇ ਹੋ, ਜਿਹੜੇ ਸਾਇੰਟਿਸਟ ਹੋਏ ਨੇ, ਜਿੰਨੇ ਵਿਗਿਆਨੀ ਨੇ, ਜੇਕਰ ਜਿਨ੍ਹਾਂ ਦੀ ਮਹਾਨ ਘਾਲਣਾ, ਜਿਨ੍ਹਾਂ ਦੇ ਸਦਕਾ 'ਚ ਆਪਾਂ ਲਾਈਟ ਦੀ ਗੱਲ ਕਰ ਲੈਂਦੇ ਹਾਂ, ਜਾਰਜ ਸਟੀਫਨ ਜੀ ਸਨ, ਐਡੀਸਨ ਸਾਹਿਬ ਨੇ, ਹੋਰ ਜਿੰਨੇ ਉਹ ਹੋਏ ਨੇ, ਉਹ ਸਾਰੇ ਅਨਪੜ੍ਹ ਸਨ। ਉਹਨਾਂ ਨੇ ਏਡੀਆਂ ਮਹਾਨ ਖੋਜਾਂ ਕਰੀਆਂ ਨੇ। ਅੱਜ ਮਤਲਬ ਤੁਹਾਡੇ ਕਮੈਂਟਾਂ ਵਾਸਤੇ ਮਤਲਬ ਪਹਿਲਾਂ ਇਹ ਮਾਪਦੰਡ ਕਰਨੇ ਪੈਣਗੇ ਕਿ ਉਹ BA ਹੋਵੇ ਜਾਂ ਕੋਈ। ਗੀਤ ਸੰਗੀਤ ਦੀ ਦੁਨੀਆ ਦੇ ਵਿੱਚ ਜਦੋਂ ਵੀ ਗੱਲ ਹਥਿਆਰਾਂ ਦੀ ਆਉਂਦੀ ਹੈ, ਗੱਲ ਨਸ਼ਿਆਂ ਦੀ ਆਉਂਦੀ ਹੈ, ਗੱਲ ਨਗੇਜ ਦੀ ਆਉਂਦੀ ਹੈ, ਇਸ ਮਸਲੇ ਨੂੰ ਲੈ ਕੇ ਜਿੱਥੇ ਲੋਕ ਕਾਫੀ ਜ਼ਿਆਦਾ ਵਿਚਲਿਤ ਹੋ ਜਾਂਦੇ ਨੇ, ਕਈਆਂ ਦੇ ਮਨ ਕੋਈ ਪਰੇਸ਼ਾਨ ਹੁੰਦਾ ਹੈ, ਕਈ ਅਜਿਹਾ ਵੀ ਬੋਲਦੇ ਨੇ ਕਿ ਇਹ ਗੀਤ, ਇਹ ਫਿਲਮ ਪਰਿਵਾਰ 'ਚ ਬੈਠ ਕੇ ਵੇਖਣ ਦੇ ਯੋਗ ਹੀ ਨਹੀਂ। ਕਈ ਵਾਰ ਮਾਪੇ ਇੰਨੇ ਜ਼ਿਆਦਾ ਸ਼ਰਮਸਾਰ ਹੋ ਜਾਂਦੇ ਨੇ ਕਿ ਉਹਨਾਂ ਨੂੰ ਕੋਈ ਰਾਹ ਨਹੀਂ ਲੱਭਦਾ ਕਿ ਆਖਰ ਕੀਤਾ ਜਾਵੇ ਤਾਂ ਕੀ ਕੀਤਾ ਜਾਵੇ। ਇਸ ਮੁੱਦੇ ਨੂੰ ਲੈ ਕੇ ਉੱਘੇ ਵਕੀਲ ਸੁਨੀਲ ਮੱਲਣ ਵੀ ਮੌਕੇ ਦੇ ਉੱਪਰ ਆਪਣੇ ਕੋਈ ਨਾ ਕੋਈ ਵਿਚਾਰ ਜਾਂ ਕੇਸ ਵਗੈਰਾ ਉਹਨਾਂ ਸੰਬੰਧਿਤ ਧਿਰਾਂ ਦੇ ਉੱਪਰ ਕਰਦੇ ਰਹਿੰਦੇ ਨੇ। ਪਿਛਲੇ ਦਿਨੀ ਸੁਨੀਲ ਮੱਲਣ ਹੋਣਾ ਨੇ ਸ਼੍ਰੀ ਬਰਾੜ ਦੇ ਖਿਲਾਫ ਇੱਕ ਕੇਸ ਦਾਇਰ ਕਰਵਾਇਆ ਹੈ। ਉਸ ਦੇ ਸੰਬੰਧ ਦੇ ਵਿੱਚ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਵਕੀਲ ਸਾਹਿਬ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ। ਵਕੀਲ ਸਾਹਿਬ, ਤੁਸੀਂ ਪਿਛਲੇ ਸਮੇਂ ਦੀ ਗੱਲ ਕੀਤੀ ਜਾਵੇ, ਮਰਹੂਮ ਗਾਇਕ ਸਿੱਧੂ ਮੂਸੇਵਾਲਾ, ਉਹਨਾਂ ਤੋਂ ਇਲਾਵਾ ਕਰਨ ਹਨੀ ਸਿੰਘ, ਹੋਰ ਬੜੇ ਗਾਇਕ ਨੇ ਜਿਨ੍ਹਾਂ ਨੂੰ ਸਮੇਂ ਦੇ ਉੱਪਰ ਤੁਸੀਂ ਉਹਨਾਂ ਦੇ ਗੀਤਾਂ ਨੂੰ ਲੈ ਕੇ ਚਰਚਾ ਦੇ ਵਿੱਚ ਤੁਸੀਂ ਵੀ ਰਹੇ ਹੋ। ਹੁਣ ਤੁਸੀਂ ਤਾਜ਼ਾ ਘਟਨਾਕ੍ਰਮ ਸ਼੍ਰੀ ਬਰਾੜ ਦਾ ਸੀ, ਤਾਂ ਅਸੀਂ ਤੁਹਾਨੂੰ ਇੱਕ ਸਿੱਧਾ ਸਵਾਲ ਹੀ ਹੈ ਕਿ ਤੁਸੀਂ ਉਹਨਾਂ ਦੇ ਹਥਿਆਰਾਂ ਵਾਲੇ ਗੀਤ ਨੂੰ ਲੈ ਕੇ ਤਾਂ ਬੜੀ ਜਲਦੀ ਐਕਸ਼ਨ ਲੈ ਲਿਆ, ਪਰ ਉਹਨਾਂ ਦਾ ਜਿਹੜਾ ਬੇੜੀਆਂ ਗੀਤ ਆਇਆ ਹੁਣੇ ਜੇ, ਉਸ ਤੋਂ ਪਹਿਲਾਂ ਉਹਨਾਂ ਦਾ ਧੀਆਂ ਗੀਤ ਵੀ ਆਇਆ, ਉਸ ਵਕਤ ਦੇ ਉੱਪਰ ਤੁਸੀਂ ਆਪਣੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ? ਬਹੁਤ ਵਧੀਆ ਸਵਾਲ ਭਾਜੀ ਤੁਸੀਂ ਪੁੱਛਿਆ। ਮੈਂ ਸਾਰੇ ਬੁੱਧੀਜੀਵੀ ਸਾਨੂੰ ਦੇਖ ਰਿਹਾ, ਮੇਰੇ ਤੋਂ ਵੱਧ ਦਿਮਾਗ ਰੱਖਣ ਵਾਲੇ ਲੋਕ ਨੇ, ਉਹਨਾਂ ਕੋਲੋਂ ਮੈਂ ਇੱਕ ਸਵਾਲ ਪੁੱਛਦਾ ਵੀ ਤੁਹਾਡੇ ਘਰ 'ਚ ਨਾ ਅਲਮਾਰੀ 'ਚ ਕੱਪੜੇ ਪਏ ਧੋਤੇ ਹੋਏ, ਪ੍ਰੈਸ ਕੀਤੇ, ਕਿਆ ਤੁਸੀਂ ਉਹ ਕੱਢ ਕੇ ਦੁਬਾਰਾ ਧੋਣ ਲੱਗ ਪੈਂਦੇ ਹੋ? ਦਿਓ ਜਵਾਬ, ਤੁਸੀਂ ਵੀ ਦਿਓ, ਤੁਹਾਡੇ ਘਰ ਵੀ ਇੱਦਾਂ ਹੀ ਸਿਸਟਮ ਹੋਏਗਾ।
ਗੁੰਨੇ ਆਟਾ ਦੁਬਾਰਾ ਗੁੰਨਣ ਲੱਗ ਪੈਂਦੇ ਹੋ। ਹਾਂ, ਉਹ 'ਚ ਮੱਖੀ ਆ ਜਾਏ ਨਾ, ਉਹਨੂੰ ਚੁੱਕ ਕੇ ਬਾਹਰ ਸੁੱਟ ਦਿੰਦੇ ਆ। ਤੇ ਮੈਂ ਉਹ ਮੱਖੀ ਲੱਭਣ ਦੀ ਕੋਸ਼ਿਸ਼ ਕਰਦਾ ਕਿ ਮੇਰੀ ਸੁਸਾਇਟੀ 'ਚ ਉਹ ਗੰਦਗੀ ਕਿੱਥੇ ਹੈ। ਆਪਾਂ ਸਿਰਫ ਉਸ ਗੰਦਗੀ ਦੇ, ਮੇਰੀ ਸ਼੍ਰੀ ਬਰਾੜ ਨਾਲ ਕੋਈ ਲੜਾਈ ਨਹੀਂ ਹੈ, ਮੈਂ ਉਹਨੂੰ ਜਾਣਦਾ ਤੱਕ ਨਹੀਂ, ਮੇਰੇ ਸਾਹਮਣੇ ਖਿਲਾਰ ਦੋ, ਮੈਂ ਪਛਾਣਨਾ ਹੀ ਨਹੀਂ ਉਹਨੂੰ। ਠੀਕ, ਉਹ ਤੁਸੀਂ ਮਨਕੀਰਤ ਔਲਖ ਦੀ ਗੱਲ ਕੀਤੀ, ਸੱਚੀ ਮੁੱਚੀ ਸਾਹਮਣੇ ਪਤਾ ਨਹੀਂ ਇਹ ਭਾਵ ਕਿ ਮਨਕੀਰਤ ਔਲਖ ਹੀ ਹੋਵੇ, ਮੈਨੂੰ ਵੀ ਨਹੀਂ ਪਤਾ। ਸੋ ਮੇਰੀ ਲੜਾਈ ਉਹਨਾਂ ਨਾਲ ਜਾਤੀ ਪਰਸਨਲ ਕੋਈ ਵੀ ਨਹੀਂ ਹੈ। ਸਿਰਫ ਲੜਾਈ, ਦੇਖੋ ਮੇਰਾ ਕੰਸੈਪਟ ਬੜਾ ਕਲੀਅਰ ਹੈ। 11 12 13 ਸਾਲ ਦੀ ਉਮਰ ਤੋਂ ਬੱਚੇ ਗਾਣੇ ਸੁਣਦੇ ਆ, ਉਹਦੀ ਫੀਲਿੰਗ ਲੈਂਦੇ ਆ, ਅਤੇ 20 22 ਸਾਲ ਤੱਕ ਉਹਨੂੰ ਭੋਗਣ ਦੀ ਕੋਸ਼ਿਸ਼ ਕਰਦੇ ਆ। ਉਹ ਜਿਹੜੀ ਰਿਸੈਪਟਿਵ ਏਜ ਹੈ ਨਾ, ਰਿਸੈਪਟਿਵ ਏਜ 'ਚ ਇੱਕ ਫਿਕਟੀਸ਼ੀਅਸ ਦੁਨੀਆ 'ਚ ਹੁੰਦੇ ਆ ਉਹ ਬੱਚੇ, ਜਿਹਨੂੰ ਕਹਿੰਦੇ ਆਪਾਂ ਇਮੈਜਨਰੀ ਵਰਲਡ 'ਚ। ਉਹਨਾਂ ਨੂੰ, ਬੱਚੇ ਨੂੰ ਕਹਾਣੀ ਸੁਣਾਓ, ਏਕ ਰਾਜਾ ਥਾ, ਬੱਚਾ ਆਪਣੇ ਦਿਮਾਗ 'ਚ, ਜਿਹੜਾ 4 ਸਾਲ ਦਾ ਵੀ ਬੱਚਾ ਨਾ, ਉਹ ਆਪਣੇ ਮਨ 'ਚ ਸੋਚਣ ਲੱਗ ਪਏਗਾ, ਅੱਛਾ ਰਾਜਾ ਕੀ ਚੀਜ਼ ਹੁੰਦੀ ਹੈ, ਜੰਗਲ ਮੇਂ ਇੱਕ ਸ਼ੇਰ ਥਾ। ਅਸੀਂ ਇੱਦਾਂ ਦੀ ਕਹਾਣੀ ਸੁਣਾਉਂਦੇ ਨਾ, ਉਹ ਜੰਗਲ ਸੋਚਣ ਲੱਗ ਪੈਂਦਾ ਵੀ ਜੰਗਲ ਕੀ ਹੋਏਗਾ। ਫਿਰ ਉਹਦੀ ਕਿਉਰਿਓਸਿਟੀ ਹੁੰਦੀ, ਪੁੱਛਦਾ ਪਾਪਾ ਜੰਗਲ ਕੀ ਹੁੰਦਾ। ਫਿਰ ਉਹਨੂੰ ਅਸੀਂ, ਅੱਜ ਕੱਲ੍ਹ ਤਾਂ ਚਲੋ ਵੀਡੀਓ ਫੋਟੋ ਯੂਟਿਊਬ ਕਈ ਕੁਛ ਆ ਗਿਆ, ਪੁਰਾਣੇ ਜ਼ਮਾਨੇ ਸਾਡੇ ਬਜ਼ੁਰਗ ਸਾਨੂੰ ਕਿਤਾਬ ਦੀ ਫੋਟੋ ਵਿਖਾਉਂਦੇ ਹੁੰਦੇ ਸੀ, ਇਹਨੂੰ ਜੰਗਲ ਕਹਿੰਦੇ, ਜਿਹਦੇ 'ਚ ਬਹੁਤ ਸਾਰੇ ਪੇੜ, ਬਹੁਤ ਸਾਰੀ ਵਨਸਪਤੀ, ਕੋਈ ਅਨਆਰਗੇਨਾਈਜ਼ ਤਰੀਕੇ ਨਾਲ ਜਿਹਦੇ 'ਚ ਪਈ ਹੋਵੇ। ਮਤਲਬ ਬੱਚਾ ਜੋ ਵੇਖਦਾ ਉਸੇ ਆਪਣੇ ਦਿਮਾਗ ਦੇ ਵਿੱਚ ਚਿੱਤਰਿਤ ਕਰਦਾ, ਉਹਦੇ ਆਪਣੇ ਦਿਮਾਗ 'ਚ ਚਿੱਤਰਿਤ ਕਰਨਾ ਸ਼ੁਰੂ ਕਰ ਦਿੰਦਾ। ਔਰ ਜਦੋਂ ਉਸ ਰਿਸੈਪਟਿਵ ਏਜ 'ਚ ਅਸੀਂ ਉਹਨੂੰ ਨਿਊਡਿਜ਼ਮ ਦਿਖਾਉਂਦੇ ਹਾਂ, ਅਸੀਂ ਉਹਨੂੰ ਗਨਜ਼ ਦਿਖਾਉਂਦੇ ਹਾਂ, ਅਸੀਂ ਉਹਨੂੰ ਨਸ਼ੇ ਦਿਖਾਉਂਦੇ ਹਾਂ। ਹੁਣ ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦਿੰਦਾ ਪਹਿਲਾਂ, ਫਿਰ ਇਹ ਗੱਲ ਵਿੱਚ ਹੋ ਕੇ ਮੈਂ ਆਪਣੀ ਗੱਲ ਦੱਸਦਾ। ਸਾਡੇ ਘਰ ਰੈਂਟ 'ਤੇ ਰਹਿੰਦੇ ਹੁੰਦੇ ਸੀ ਬਚਪਨ 'ਚ, ਅੰਕਲ ਜੀ ਹੁੰਦੇ ਸੀ, ਉਹ ਡਾਕਖਾਨੇ 'ਚ ਕੰਮ ਕਰਦੇ ਸੀ, ਉਹ ਸਿਗਰਟਾਂ ਬੀੜੀਆਂ ਬੜੀਆਂ ਪੀਂਦੇ ਸੀ। ਹੁਣ ਉਹਨਾਂ ਨੂੰ ਵੇਖ ਕੇ ਮੇਰੇ ਘਰ ਕੋਈ ਵੀ ਨਹੀਂ ਸੀ ਪੀਂਦਾ, ਪਰ ਮੈਂ ਜਦੋਂ ਉਹਨਾਂ ਕੋਲ ਜਾਂਦਾ ਸੀ, ਨਿੱਕਾ ਜਿਹਾ ਸੀ, 1.5 ਸਾਲ ਦਾ, ਮੇਰੇ ਮਾਂ ਪਿਓ ਦੱਸਦੇ ਆ, ਮੈਂ ਉਹਨਾਂ ਦੀ ਸੁੱਟੀ ਸਿਗਰਟ ਫੜ ਕੇ ਨਾ ਹੱਥ 'ਚ, ਤੇ ਮੈਂ ਪੀਣ ਦੀ ਕੋਸ਼ਿਸ਼ ਕਰਦਾ ਸੀ ਕਿ ਮੈਂ ਪੀ ਕੇ ਵੇਖਾਂ ਕਿੱਦਾਂ ਹੁੰਦੀ ਹੈ, ਜਦ ਕਿ ਮੈਨੂੰ ਉਹਦਾ ਮਤਲਬ ਵੀ ਨਹੀਂ ਪਤਾ ਕੀ ਹੈ। ਬਟ ਕਹਿੰਦੇ ਵੀ ਜਦੋਂ ਕੱਚੇ ਘੜੇ ਨੂੰ ਜਿੱਧਰ ਨੂੰ ਹੱਥ ਦਿਓ, ਜੇ ਉੱਧਰ ਨੂੰ ਢਲ ਜਾਂਦਾ ਹੈ, ਤੇ ਇਹ ਉਮਰ ਵੀ ਉਹ ਕੱਚੇ ਘੜੇ ਵਾਲੀ ਹੁੰਦੀ ਹੈ। ਜੇ ਉਹਨੂੰ ਇਹਨਾਂ ਚੀਜ਼ਾਂ ਦੀ ਵਿੱਚ ਪੈਸ਼ਨੇਟ ਹੋ ਜੇ, ਹੁਣ ਮੰਨ ਲਓ ਤੁਹਾਡੇ ਘਰ ਬਜ਼ੁਰਗਾਂ, ਜਾਂ ਮੇਰੇ ਘਰ ਨਸਵਾਰ ਪਈ ਹੈ, ਮੇਰੇ ਬਜ਼ੁਰਗ ਦਾਦੀ ਲਾਉਂਦੀ ਹੁੰਦੀ ਸੀ, ਅਸੀਂ ਵੀ ਟਰਾਈ ਕੀਤੀ ਸੀ ਲਾਉਣ ਦੀ, ਕਿਉਂਕਿ ਦਾਦੀ ਲਾਉਂਦੀ ਹੈ, ਡੈਡੀ ਉਹਨੂੰ ਕੁਝ ਕਹਿੰਦੇ ਨਹੀਂ। ਸਾਡੇ ਲਈ ਤਾਂ ਡੈਡੀ ਰੱਬ ਹੁੰਦਾ ਨਾ, ਤੇ ਡੈਡੀ ਆਪਣੀ ਮਾਂ ਨੂੰ ਕਿੱਦਾਂ ਝਿੜਕ ਮਾਰਨਾ, ਪਰ ਦਾਦੀ ਜੇ ਲਾ ਰਹੀ ਹੈ ਤਾਂ ਸਾਨੂੰ ਲੱਗਦਾ ਚੰਗੀ ਚੀਜ਼ ਹੈ, ਡੈਡੀ ਦਾਦੀ ਨੂੰ ਕੁਝ ਕਹਿੰਦੇ ਨਹੀਂ। ਇੱਕ ਮਿੰਟ ਦੱਸਣੇ ਆ, ਉਹ ਰਿਸੈਪਟਿਵ ਏਜ 'ਚ ਗਲਤੀ ਕਰਨ ਦੇ ਚਾਂਸ ਬਹੁਤ ਜ਼ਿਆਦਾ ਹੁੰਦੇ ਆ। ਘਰ ਰਿਵਾਲਵਰ ਪਈ ਹੈ, ਬੱਚੇ ਨੇ ਸ਼ੌਂਕ 'ਚ ਕੱਢ ਕੇ ਚਲਾਤੀ, ਕਿਸੇ ਨੂੰ ਵੱਜ ਗਈ, ਭੁਗਤੇਗਾ ਕੌਣ? ਅੱਜ ਜੇ ਸਕੂਟਰੀ 16 ਸਾਲ ਤੋਂ ਬੱਚਾ ਘੱਟ, ਜਾਂ ਕਾਰ 16 ਸਾਲ ਤੋਂ ਘੱਟ ਵਾਲਾ ਬੱਚਾ, ਜੇ ਗੇਅਰ ਵਾਲੀ ਗੱਡੀ 18 ਸਾਲ ਤੋਂ ਘੱਟ ਵਾਲਾ ਬੱਚਾ ਚਲਾ ਕੇ ਕੋਈ ਐਕਸੀਡੈਂਟ ਕਰਦਾ ਹੈ। ਅੰਮ੍ਰਿਤਸਰ ਦੇ ਇੱਕ ਮਸ਼ਹੂਰ ਸਕੂਲ ਦੇ ਬੱਚਿਆਂ ਨੇ ਇੱਕ ਅਫਵਾਹ ਫੈਲਾਤੀ ਕਿ ਇੰਨੀ ਤਰੀਕ ਨੂੰ ਇਹ ਵਾਲਾ ਸਕੂਲ ਬੰਬ ਨਾਲ ਉਡਾ ਦਿੱਤਾ ਜਾਏਗਾ। ਅੱਜ ਉਸ ਬੱਚੇ ਦਾ ਬਾਪ ਜੇਲ੍ਹ 'ਚ ਹੈ, ਔਰ ਉਹ ਬੱਚੇ ਦੇ ਬਾਪ ਨੇ ਕਦੀ ਕੀੜੀ ਨਹੀਂ ਮਾਰੀ ਹੋਣੀ। ਸਵੇਰੇ 4 ਵਜੇ ਉੱਠ ਕੇ ਦਰਬਾਰ ਸਾਹਿਬ ਸੇਵਾ ਕਰਨ ਜਾਂਦੇ ਸੀ। ਉਹ ਕਸੂਰ ਕਿਹਦਾ? ਪੁਲਿਸ ਨੇ ਇੱਕ ਸਵਾਲ ਪੁੱਛਿਆ, ਸਰਦਾਰ ਜੀ ਫੋਨ ਕਿਹਨੇ ਦਾ ਲਿਆ ਸੀ? ਕਹਿੰਦਾ 1.5 ਲੱਖ ਰੁਪਏ ਦਾ। ਕਿਹਨੂੰ ਦਿੱਤਾ ਸੀ? ਕਹਿੰਦਾ ਬੇਟੇ ਨੂੰ। ਤੇ ਕਹਿੰਦਾ ਪੁੱਛਿਆ ਕਦੀ ਵਰਤਿਆ ਕਿੱਥੇ? ਕਹਿੰਦਾ ਇਸ ਗੱਲ ਦੀ ਸਜ਼ਾ ਉਮਰ ਤੋਂ ਪਹਿਲਾਂ ਜਦੋਂ ਤੂੰ ਉਹਨੂੰ ਵੱਡੀ ਸਹੂਲਤ ਦੇ ਦਿੱਤੀ ਹੈ ਨਾ, ਉਹਦਾ ਖਮਿਆਜਾ ਅੱਜ ਤੂੰ ਹੀ ਭੁਗਤੇਗਾ, ਕਿਉਂਕਿ ਉਹ ਤਾਂ ਜੁਵਨਾਈਲ ਹੈ, ਉਹਨੂੰ ਤਾਂ ਮੈਂ ਸਜ਼ਾ ਦੇ ਨਹੀਂ ਸਕਦਾ। ਤੂੰ ਉਹਨੂੰ ਕ੍ਰਾਈਮ ਕਰਨ ਲਈ ਇਕਵਿਪਮੈਂਟ ਦਿੱਤੇ ਆ। ਅੱਜ ਉਹ ਬੱਚਿਆਂ ਦੇ ਪਿਓ ਸਜ਼ਾਵਾਂ ਭੁਗਤ ਰਹੇ ਨੇ, ਜੇਲ੍ਹਾਂ 'ਚ ਬੈਠੇ ਨੇ। ਸੋ ਕਹਿਣ ਦਾ ਭਾਵ ਹੈ ਕਿ ਜਦੋਂ ਅਸੀਂ ਇਹ ਬੱਚਿਆਂ ਨੇ ਵੇਖਿਆ, ਕਿਤੋਂ ਵੀ ਵੇਖਿਆ ਹੋਗਾ ਕਿਸੇ ਵੈਬ ਸੀਰੀਜ਼ ਗੱਡੀ 'ਚ, ਚਲੋ ਮੈਂ ਮੰਨ ਲਿਆ ਵੀ ਠੀਕ ਹੈ, ਸੰਗਤ ਦੇ ਜਾਂ ਜੋ ਸਾਹਮਣੇ ਵੇਖ ਰਿਹਾ, ਸੰਗਤ ਦੀ ਰੰਗਤ ਜਾਂ ਜੋ ਸਾਹਮਣੇ ਵੇਖ ਰਿਹਾ, ਉਸ ਤਰ੍ਹਾਂ ਦਾ ਸੁਭਾਅ ਹੋ ਸਕਦਾ, ਆਉਣ ਵਾਲੇ ਸਮੇਂ 'ਚ ਉਹ ਬਦਲ ਸਕਦਾ ਹੈ। ਪਰ ਤੁਸੀਂ ਵਕੀਲ ਸਾਹਿਬ ਇਕੱਲੇ ਜਿਹੜੇ ਪੰਜਾਬੀ ਗਾਇਕ ਨੇ ਉਹਨਾਂ ਦੇ ਮਗਰ ਕਿਉਂ ਪਏ? ਉਹ ਹਿੰਦੀ ਭਰਮਾਰ ਹੈ ਸੀਰੀਅਲਾਂ ਦੇ ਵਿੱਚ ਵੇਖਿਆ ਕਦੇ ਤੁਸੀਂ? ਖਾਸ ਕਰਕੇ ਜਿਹੜਾ ਸਾਡਾ ਸ਼ਹਿਰੀ ਤਬਕਾ, ਉਹ ਤਾਂ ਵੱਡੀ ਗਿਣਤੀ 'ਚ ਹਿੰਦੀ ਨੂੰ ਦੇਖਦਾ ਨਾ, ਤਾਂ ਤੁਸੀਂ ਪਰਿਵਾਰ 'ਚ ਬੈਠ ਕੇ ਕੋਈ ਆਪਣਾ ਪਿਤਾ ਜਿਹੜਾ ਆਪਣੀ ਧੀ ਨਾਲ ਬੈਠ ਕੇ ਉਹ ਸੀਰੀਅਲ ਹੀ ਨਹੀਂ ਵੇਖ ਸਕਦਾ, ਤੁਸੀਂ ਉੱਧਰ ਕਿਉਂ ਨਹੀਂ ਜਾਂਦੇ? ਦੋ ਭਰਾ ਨਹੀਂ ਇਕੱਠੇ ਵੇਖ ਸਕਦੇ। ਇਹ ਜਦੋਂ ਮੈਂ ਸ਼੍ਰੀ ਬਰਾੜ ਤੇ ਕੇਸ ਕੀਤਾ, ਕੁਝ ਮੇਰੇ ਚਾਹਵਾਨ ਨੇ, ਉਹਨਾਂ ਨੇ ਬੜੇ ਵਧੀਆ ਵਧੀਆ ਕਮੈਂਟ ਨਹੀਂ, ਅੱਜ ਦੀ ਗੱਲ ਥੋੜੀ ਨਾ, ਤੁਸੀਂ ਮੈਂ ਦੇਖਦਾ ਹੀ ਨਹੀਂ। ਮੇਰੇ ਘਰ 'ਚ ਟੀਵੀ ਮੇਰੀ ਸਿਰਫ ਵਾਈਫ ਵੇਖਦੀ ਹੈ, ਤੇ ਜਾਂ ਮੇਰਾ ਬੱਚਾ ਕਾਰਟੂਨ ਵੇਖਦਾ। ਮੈਂ ਟੀਵੀ ਵੇਖਿਆ, ਉਹਦੀ ਸ਼ਕਲ ਵੇਖਿਆ, ਮੈਂ ਰੋਜ਼ ਵੇਖਦਾ, ਪਰ ਚਲਾ ਕੇ ਮੈਂ ਸ਼ਾਇਦ ਕਦੇ ਨਹੀਂ ਵੇਖਿਆ। ਮੇਰੇ ਦਫ਼ਤਰ 'ਚ ਵੀ ਲੱਗੇ, ਇੱਕ ਛੱਡ ਕੇ 2 ਲੱਗੇ ਨੇ। ਸਾਨੂੰ ਸਾਡੀਆਂ ਕਿਤਾਬਾਂ 'ਚੋਂ ਬਾਹਰ ਨਿਕਲਣ ਦਾ ਟਾਈਮ ਮਿਲੇ ਤੇ ਅਸੀਂ ਟੀਵੀ ਵੇਖੀਏ। ਪਰ ਜਦੋਂ ਇਹ ਸ਼੍ਰੀ ਬਰਾੜ ਵਾਲਾ ਕੇਸ ਕੀਤਾ, ਮੈਨੂੰ ਕੁਝ ਦੋਸਤਾਂ ਦੇ ਫੋਨ ਆਏ। ਮਤਲਬ ਤੁਸੀਂ ਪੰਜਾਬੀ ਇਹਨਾਂ ਸਿੰਗਰਾਂ ਵਾਸਤੇ ਤੁਹਾਡੇ ਕੋਲ ਟਾਈਮ ਹੁੰਦਾ, ਦੂਜੇ ਪਾਸੇ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ। ਇਹੋ ਇੱਥੇ ਫਰਕ ਹੈ। ਮੇਰੇ ਕੋਲ ਉਹਨਾਂ ਲਈ ਵੀ ਟਾਈਮ ਨਹੀਂ ਸੀ ਹੈਗਾ। ਜਿਹੜੇ ਮੇਰੇ ਜੂਨੀਅਰ ਬੱਚੇ ਆਉਂਦੇ ਆ ਨਾ, ਮੇਰੇ ਕੋਲ ਇੰਟਰਨਸ ਆ ਗਏ, ਜਾਂ ਮੇਰੇ ਜੂਨੀਅਰ ਐਸੋਸੀਏਟ
ਆਉਂਦੇ ਆ ਜਿਹੜੇ 21 22 23 24 25 ਸਾਲਾਂ ਵਾਲੇ, ਉਹ ਮੈਨੂੰ ਦੱਸਦੇ ਜਦੋਂ ਮੇਰੀ ਆਈਡੀ। ਉਹ ਤੁਹਾਡੇ ਜੂਨੀਅਰ ਪਿੰਡਾਂ ਦੇ ਰਹਿਣ ਵਾਲੇ ਨੇ, ਸ਼ਹਿਰਾਂ ਦੇ ਰਹਿਣ ਵਾਲੇ ਨੇ? ਮਿਕਸ ਨੇ ਜੀ, ਬੜੇ ਬੜੇ ਅੱਛੇ ਪੌਸ਼ ਘਰਾਂ ਦੇ ਵੀ ਨੇ, ਚੰਗਿਆਂ ਘਰਾਂ ਦੇ, ਬੜੇ ਅਫਸਰਾਂ ਦੇ ਬੱਚੇ ਵੀ ਨੇ ਮੇਰੇ ਕੋਲ। ਤੇ ਉਹ ਫਿਰ ਤੁਹਾਨੂੰ ਹਿੰਦੀ ਬਾਰੇ ਨਹੀਂ ਕਦੀ ਕਹਿੰਦੇ? ਮੈਂ ਦੱਸਣ ਲੱਗਾ ਨਾ, ਸ਼ੁਰੂਆਤ ਇੱਥੋਂ ਹੋਈ। ਸਭ ਤੋਂ ਪਹਿਲਾਂ ਮੂਸੇ ਵਾਲੇ ਨੇ ਗਾਣਾ ਕੱਢਿਆ, ਸਾਡੇ ਕੋਲੋਂ ਭਾਲਦੇ ਆ ਮੀਲ ਸੋਹਣੀਏ, ਅਵਾ ਤਵਾ ਬੋਲਦੇ ਵਕੀਲ ਸੋਹਣੀਏ। ਉਹ ਜਦੋਂ ਮੈਨੂੰ ਮੇਰੇ ਬੱਚਿਆਂ ਨੇ ਉਹ ਗਾਣਾ ਸੁਣਾਇਆ ਵੀ ਸੁਣੋ, ਮੈਂ ਉਹ ਗਾਣਾ ਸੁਣਿਆ, ਮੈਂ ਕਿਹਾ ਯਾਰ ਇਹ ਤੇ ਵਕੀਲ ਕਮਿਊਨਿਟੀ ਦੀ ਬੇਇੱਜ਼ਤੀ ਹੈ, ਇਹਦੇ ਤੇ ਜ਼ਰੂਰ ਐਕਸ਼ਨ ਲੈਣਾ ਚਾਹੀਦਾ ਵੀ ਇੱਦਾਂ ਕੋਈ ਕੌਣ ਕਿਵੇਂ ਬੋਲ ਲਵੇ। ਫਿਰ ਉਹਨੇ ਧਰਮ ਬਾਰੇ ਵੀ ਮਾੜਾ ਮੋਟਾ ਕਿਸੇ ਬਾਰੇ ਹਲਕਾ ਜਿਹਾ ਬੋਲਿਆ ਸੀ, ਪਰ ਉਹ ਵਿੱਚੋਂ ਖਤਮ ਹੋ ਗਈ ਗੱਲ। ਫਿਰ ਉਹਨੇ ਮੀਡੀਆ ਦੇ ਸਵਾਲ ਚੁੱਕੇ, ਕਰਦੇ ਨੇ ਚੁਗਲੀਆਂ ਤੇ ਰੱਖਦੇ ਨੇ ਚੱਜ ਦਾ ਵਿਚਾਰ, ਇੱਦਾਂ ਦੀ ਕਈ ਗੱਲਾਂ ਕੀਤੀਆਂ। ਚਲੋ ਨਕੇਲ ਪਾਣੀ ਸੀ, ਆਪਾਂ ਪਹਿਲਾਂ ਸਿੰਪਲ ਸਿਵਲ ਕੇਸ ਕੀਤਾ। ਸੁਣ ਲਓ ਮੇਰੀ ਪੂਰੀ ਗੱਲ। ਫਿਰ ਮਨਕੀਰ ਦੌਲਾ ਖਾ ਗਿਆ, ਕਹਿੰਦਾ ਚੱਕੀ ਉਹ ਵਕੀਲ ਫਿਰਦੇ, ਕਹਿੰਦਾ ਰਫਲ ਦੇ ਖੋਖੇ। ਮੈਂ ਕਿਹਾ ਰਫਲ ਦਾ ਖੋਖਾ ਕਿੰਨਾ ਮਹਿੰਗਾ ਪੈਂਦਾ ਇਹਨੂੰ ਦੱਸ ਦਈਏ। ਫਿਰ ਜੇ ਮਰਦ ਦੇ ਬੱਚੇ ਸੀ ਆਉਂਦੇ, ਫਿਰ ਕੋਰਟ 'ਚ ਮੇਰੇ ਨਾਲ ਲੜਦੇ, ਕੋਰਟ ਦੀ ਲੜਾਈ ਲੜਦੇ। ਉਦਾਂ ਤਾਂ ਮੈਂ ਚਾਹ ਪਿਆ ਕੇ ਭੇਜਦਾ ਇਹਨਾਂ ਨੂੰ। ਨਹੀਂ ਤੁਸੀਂ ਸੁਣ ਕੇ ਗੱਲ ਪੂਰੀ ਹੁੰਦੇ ਹੋ। ਫਿਰ ਉਹ ਹਨੀ ਸਿੰਘ ਤੇ ਬਾਦਸ਼ਾਹ, ਫਿਰ ਮੈਂ ਜੇ ਗੱਲ ਕਰਾਂ ਮਨਕੀਰ ਦੌਲਤ ਦੀ, ਉਹਨੇ ਗਾਣਾ ਗਾਤਾ ਕਿ ਚੱਕੀ ਉਹ ਵਕੀਲ ਫਿਰਦੇ, ਉਹ ਤਾਂ ਰਫਲ ਦੇ ਖੋਖੇ। ਮੈਂ ਕਿਹਾ ਬਈ ਰਫਲ ਦਾ ਖੋਖਾ ਤੁਹਾਨੂੰ ਕਿੰਨਾ ਕੁ ਮਹਿੰਗਾ ਪੈਣਾ ਨਾ, 302 ਵੀ ਲੱਗਦੀ ਹੈ, ਸੋ ਵਿਚਾਰ ਨਹੀਂ ਹੁੰਦਾ। ਹਾਂ ਨਹੀਂ ਵਕੀਲ ਸਾਹਿਬ, ਤੁਸੀਂ ਕਹਿ ਰਹੇ ਹੋ ਕਦੇ ਤੁਸੀਂ ਚੱਲ ਚਾਹੇ ਅੱਜ ਇਸ ਦੁਨੀਆ ਤੇ ਨਹੀਂ ਹੈਗੇ, ਚਾਹੇ ਮੂਸੇਵਾਲਾ ਸਣ ਜਾਂ ਚਾਹੇ ਮਨਕੀਰ ਤੌਲਖ ਦੀ ਤੁਸੀਂ ਗੱਲ ਕਰੀ, ਤੁਸੀਂ ਤੁਹਾਡੇ ਸ਼ਬਦ ਹੀ ਨੇ। ਤੁਸੀਂ ਪਿਛਲੀ ਇੰਟਰਵਿਊ 'ਚ ਕਿਹਾ ਸੀ ਆਮ ਲੋਕ ਵੀ ਬੋਲਦੇ ਨੇ, ਕਹਿੰਦੇ ਜੇ ਥੋੜੀ ਮੋਟੀ ਕਿਤੇ ਅੱਗ ਹੋਵੇ ਧੂੰਆਂ ਤਾਂ ਹੀ ਨਿਕਲਦਾ। ਬਿਲਕੁਲ ਠੀਕ। ਉਹਨਾਂ ਨੇ ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾ ਨਾ, ਕਿਸੇ ਨੇ ਆਪਣਾ 4 ਲਾਈਨਾਂ ਜਿਹੜੀਆਂ ਵਾਹ ਦਿੱਤੀਆਂ। ਜੇ ਵਕੀਲਾਂ ਨੂੰ ਕੋਈ ਮੀਲ ਵਾਲੀ ਉਹਨਾਂ ਨੇ ਗੱਲ ਕਰੀ ਹੈ, ਕੋਈ ਕਾਰਨ ਤਾਂ ਹੋਊਗਾ ਹੀ, ਕਿਤੇ ਨਾ ਕਿਤੇ ਤਾਂ ਵੀਕ ਪੁਆਇੰਟ ਹੋਣਗੇ। ਹਾਂ, ਤੁਸੀਂ ਇਹ ਵੀ ਬੜਾ ਵਧੀਆ ਸਵਾਲ ਪੁੱਛ ਲਿਆ ਮੈਨੂੰ। ਪਰ ਇੱਕ ਗੱਲ ਦੱਸੋ ਕਿ ਜਿਹੜੀ ਇੱਕ ਮਰਿਆਦਾ ਨਾ, ਉਹ ਵੀ ਕਾਇਮ ਰਹਿਣੀ ਚਾਹੀਦੀ ਹੈ। ਮੈਨੂੰ ਫਿਰ ਕੋਈ ਐਗਜ਼ਾਮਪਲ ਦੇ ਦਿਓ ਵੀ ਕਿਹੜਾ ਮੀਲ ਲੱਭਣ ਲਈ ਉਹਦੇ ਕੋਲ ਚਲਾ ਗਿਆ। ਅੱਜ ਸਾਡੇ ਪ੍ਰੋਫੈਸ਼ਨ ਦੀ ਜਿਹੜੀ ਲੀਗਲ ਡਿਮਾਂਡ ਹੈ, ਵਕੀਲ, ਸਾਡੇ ਕੋਲ ਇੱਥੇ ਬੜੇ ਵੱਡੇ ਪ੍ਰੋਡਿਊਸਰ ਆਏ, ਉਹਨਾਂ ਨੇ ਕੋਈ ਫਿਲਮ ਬਣਾਉਣੀ ਹੈ ਪੰਜਾਬ 'ਚ, ਹਿਮਾਚਲ 'ਚ ਸ਼ੂਟਿੰਗ ਹੋਣੀ ਹੈ। ਸਾਨੂੰ ਜਿਹੜਾ ਮੀਡੀਏਟਰ ਸੀ ਨਾ, ਉਹ ਕਹਿੰਦਾ ਜੀ ਉਹਨਾਂ ਦੇ ਆਫਿਸ ਜਾਣਾ ਪੈਣਾ ਤੁਹਾਨੂੰ। ਮੈਂ ਕਿਹਾ ਸੌਰੀ, ਕੰਮ ਮਿਲੇ ਨਾ ਮਿਲੇ, ਸੁਨੀਲ ਮਿਲਣ ਜਾਂ ਉਹਦੇ ਪਾਰਟਨਰਸ ਜਿਹੜੇ ਐਸੋਸੀਏਟ ਨੇ ਉਹ ਨਹੀਂ ਜਾਂਦੇ। ਜੇ ਉਹਨਾਂ ਨੇ ਕੰਮ ਕਰਾਉਣਾ ਤਾਂ ਇਸੇ ਟੇਬਲ 'ਤੇ ਆਉਂਦੇ, ਇਸੇ ਟੇਬਲ 'ਤੇ ਕ੍ਰੋਸ ਬੈਠੇ ਸੀ, ਇਸੇ ਟੇਬਲ 'ਤੇ ਪ੍ਰੈਜੈਂਟੇਸ਼ਨਾਂ ਹੋਈਆਂ, ਇਸੇ ਟੇਬਲ 'ਤੇ ਸਾਨੂੰ ਉਹ ਐਨਗੇਜ ਕਰਕੇ ਗਏ। ਵਕੀਲ ਨੂੰ ਜਦੋਂ ਕੋਈ ਬੰਦਾ ਲੈਂਦਾ ਹੈ ਤੇ ਉਹਦੇ ਲਈ ਸ਼ਬਦ ਲਿਖਿਆ ਜਾਂਦਾ ਹੈ, ਹੀ ਹੈਜ਼ ਕਾਈਂਡਲੀ ਕੰਸੈਂਟਿਡ to be my counsel and is engaged with this organization for so and so and so activities। ਇਹ ਨਹੀਂ ਲਿਖਿਆ ਜਾਂਦਾ he has been appointed, ਕਿਸੇ 'ਚ ਜ਼ਰੂਰਤ ਨਹੀਂ ਹੈ ਵਕੀਲ ਨੂੰ ਅਪਾਇੰਟ ਕਰ ਜੇ। ਸਮਝ ਲੱਗੀ? ਸੋ ਇਸ ਕਰਕੇ ਹਰ ਸ਼ਬਦ ਦੀ ਇੱਕ ਮਰਿਆਦਾ ਹੈ। ਡੈਡੀ ਨੂੰ ਆਪਾਂ ਡੈਡੀ ਜੀ ਕਹਿੰਦੇ ਆ, ਮਾਂ ਦਾ ਖਸਮ ਨਹੀਂ ਕਹਿੰਦੇ ਘਰੇ। ਸੋ ਜਿਹੜੇ ਬੰਦੇ ਇਹੋ ਜਿਹੀਆਂ ਗਲਤਫਹਿਮੀਆਂ 'ਚ ਜੀਂਦੇ ਨੇ ਨਾ, ਉਹਨਾਂ ਨੂੰ ਦੱਸ ਦਈਏ ਜਦੋਂ ਇਹਨਾਂ ਦੇ ਕੇਸ ਪਏ ਨੇ, ਅੱਜ ਵਕੀਲ ਹੀ ਇਹਨਾਂ ਦੇ ਕੰਮ ਆ ਰਹੇ ਨੇ। ਮੇਰੀ ਕਮਿਊਨਿਟੀ ਵੇਖੋ ਕਿੰਨੀ ਚੰਗੀ ਹੈ। ਮੈਂ ਨਹੀਂ ਅੱਜ ਤੱਕ ਕਿਸੇ ਨੂੰ ਕਿਹਾ ਰੋਕਿਆ, ਨਾ ਮੈਂ ਬਾਰ ਕੌਂਸਲ ਨੂੰ ਕਿਹਾ, ਨਾ ਮੈਂ ਕਿਸੇ ਨੂੰ ਕਿਹਾ। ਜੇ ਮੈਂ ਕਹਾਂ ਤਾਂ ਡੈਫੀਨੇਟਲੀ ਉਹ ਮੇਰੀ ਗੱਲ ਮੰਨੇਗੀ, ਕਿਉਂਕਿ ਵਕੀਲ ਕਮਿਊਨਿਟੀ ਦੇ ਖਿਲਾਫ ਹੈ। ਮੈਂ ਫਿਰ ਵੀ ਕਿਹਾ ਵੀ ਚਾਹ ਮੈਂ ਪਿਆਉਂਗਾ, ਮੇਰਾ ਵੀਰ ਹੈ ਛੋਟਾ, ਕਿਉਂਕਿ ਪਰਸਨਲ ਖੁੰਦਕ ਲੜਾਈ ਕੋਈ ਨਹੀਂ। ਪਰਪਸ ਇੱਕੋ ਹੀ ਹੈ ਕਿ ਆਪਾਂ ਗੰਦ ਨਾ, ਸਿਰਫ ਥੋੜ੍ਹੇ ਜਿਹੇ ਪੈਸੇ ਕਮਾਉਣ ਲਈ ਕੁਝ ਵੀ ਗੰਦਾ ਕੰਮ ਕਰ ਲਈਏ। ਨਹੀਂ, ਇਹ ਗਲਤ ਹੈ, ਇਹ ਗਲਤ ਹੈ। ਨਹੀਂ, ਇਹਦਾ ਮਤਲਬ ਤੁਸੀਂ ਪੱਤਰਕਾਰ ਹੋ, ਤੁਸੀਂ ਇੱਥੇ ਨੰਗਪੁਣਾ ਵਿਖਾਣਾ ਸ਼ੁਰੂ ਕਰ ਦਿਓ, ਤੁਹਾਡੀ ਪੱਤਰਕਾਰਤਾ ਜਲਦੀ ਚੱਲੂਗੀ। ਲਿਆਓ 2 ਇਹੋ ਜਿਹੇ ਮਾਡਲ ਜੇ ਲਾ ਲਓ, ਮਗਰ ਡਾਂਸ ਕਰੀ ਜਾਣਗੇ, ਉਹ ਚੀਅਰ ਗਰਲਜ਼ ਲਾ ਲਓ, ਜ਼ਿਆਦਾ ਚੱਲ ਜਾਣਾ ਚੈਨਲ ਆਪਣਾ। ਤੇ ਕਿਆ ਆਪਾਂ ਮਰਿਆਦਾ ਤੋਂ ਬਾਹਰ ਚੱਲ ਜਾਈਏ? ਜਿਸ ਗੱਲ ਦੀ ਲੜਾਈ ਲੜਦੇ ਪਏ ਆ, ਜੇ ਚਾਹ 'ਚ ਮੱਖੀ ਪੈਂਦੀ ਹੈ ਤੇ ਆਪਾਂ ਚਾਹ ਵੀ ਸੁੱਟਦੇ ਹਾਂ, ਮੱਖੀ ਵੀ ਸੁੱਟਦੇ ਹਾਂ। ਪਰ ਅਸੀਂ ਇਹ ਬਰਦਾਸ਼ਤ ਨਹੀਂ ਕਰਦੇ ਕਿ ਅਸੀਂ ਮੱਖੀ ਲਈ ਚਾਹ ਪੀ ਲਈਏ। ਸੋ ਜੇ ਸਫਾਈ ਕਰਨੀ ਹੈ, ਆਪਣਾ ਸਟੈਂਡਰਡ ਇੱਕ ਰੱਖਣਾ ਪਏਗਾ, ਆਪਣਾ ਸਟੈਂਡਰਡ। ਮੈਂ ਕਹਾਂ ਪਬਲਿਕ ਦੀ ਡਿਮਾਂਡ ਜੇ ਇੱਦਾਂ ਹੈ, ਤੇ ਪਬਲਿਕ ਦੀ ਡਿਮਾਂਡ ਕਿਹੜੇ ਪਾਸੇ ਹੈਗੀ? ਕਿਹੜਾ ਇਹਨਾਂ ਨੇ ਸਰਵੇ ਕਰਾਇਆ ਜਿਹਦੇ 'ਚ ਪਬਲਿਕ ਦੀ ਡਿਮਾਂਡ ਹੈ ਕਿ ਗਨਜ਼ ਵਿਖਾਓ, ਗਟਸ ਵਿਖਾਓ, ਨਿਊਡਿਜ਼ਮ ਵਿਖਾਓ? ਕੋਈ ਸਰਵੇ ਦਿਖਾ ਦੇਣ ਇਹਨਾਂ ਨੇ ਕੀਤਾ। ਔਰ ਅਗਲੀ ਗੱਲ, ਤੁਸੀਂ ਸਰਵੇ ਸ਼ੁਰੂ ਕਰੋ, ਉਹਦੀ ਮਿਨੀਮਮ ਕੁਆਲੀਫਿਕੇਸ਼ਨ ਪੋਸਟ ਗ੍ਰੈਜੂਏਟ ਹੈ ਬੰਦਾ, ਵੀ ਜਿਹੜਾ ਪੋਸਟ ਗ੍ਰੈਜੂਏਟ ਹੈ ਉਹ ਆਪਣੇ ਕਮੈਂਟ ਲਿਖੇ ਜਾਂ ਉਹਦੀ ਵੋਟ ਪਵਾ ਲਓ ਵੀ ਇਹ ਚੱਲਣਾ ਚਾਹੀਦਾ। ਮੈਂ ਸਾਰੀਆਂ ਕੇਸ ਵਾਪਸ ਲੈਣ ਨੂੰ ਤਿਆਰ ਹਾਂ। ਕ੍ਰਾਈਟੇਰੀਆ ਇੱਕ ਹੈ, ਜਿਹੜੇ ਬੰਦੇ ਨੂੰ ਆਪਣੀ ਗੱਲ ਨਹੀਂ ਕਰਨੀ ਆਉਂਦੀ ਉਹ ਗਾਲ ਕੱਢਦਾ। ਇਹ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਜਿਹਨੂੰ ਗੱਲ ਨਹੀਂ ਨਾ ਕਰਨੀ ਆਉਂਦੀ ਉਹ ਗਾਲ ਕੱਢਦਾ। ਤੇ ਜਿਹੜਾ ਬੰਦਾ ਗਾਲ ਕੱਢਦਾ ਉਹਦਾ ਲੈਵਲ ਕੀ ਹੈ, ਉਹਦੀ ਪੜ੍ਹਾਈ ਕੀ ਹੈ? ਉਹ ਬਾਥਰੂਮ ਦੀ ਸੀਟ 'ਚ ਬਹਿ ਕੇ ਉਹ ਜੋ ਮਰਜ਼ੀ ਗਾਲਾਂ ਲਿਖ ਦੇਵੇ। ਅਗਲੀ ਗੱਲ ਮੈਂ ਤੁਹਾਨੂੰ ਦੱਸ ਦਿਆਂ, ਬਹੁਤ ਵੱਡਾ ਧਮਾਕਾ ਹੈ। ਕਮੈਂਟ 'ਚ ਗਾਲਾਂ ਲਿਖਣ ਵਾਲਿਆਂ ਦੇ ਪਰਚੇ ਹੋਣਗੇ ਹੁਣ। 1 ਮਹੀਨਾ ਖਲੋ ਜਾਓ, ਬਸ ਸਿਰਫ 1 ਮਹੀਨਾ। ਚਲੋ ਐਸੇ ਪਰਚੇ ਹੋਣਗੇ ਜੇ ਜ਼ਿੰਦਗੀ 'ਚ ਬਚ ਜਾਣਗੇ। ਇਹ ਫੋਨ ਨੰਬਰ ਝੂਠਾ ਪਾ ਦੇਣ, ਈਮੇਲ ਆਈਡੀ ਫੇਕ ਪਾ ਦੇਣ, ਅਬਾਊਟ 'ਚ ਸਾਰਾ ਕੁਝ ਝੂਠਾ ਲਿਖ ਦੇਣ, ਬਟ ਜਿਹੜੇ ਇੰਸਟਰੂਮੈਂਟ ਤੋਂ ਇਹ ਯੂਜ਼ ਕਰਨਗੇ ਉਹਦਾ IP ਝੂਠਾ ਨਹੀਂ ਹੋ ਸਕਦਾ। ਉੱਥੋਂ ਟਰੇਸ ਹੋ ਕੇ ਇਹਨਾਂ ਦੇ ਪਰਚੇ ਹੋਣੇ ਆ। ਸਿਰਫ 1 ਮਹੀਨੇ ਦੀ ਗੱਲ ਰਹਿ ਗਈ।
ਜਦੋਂ ਮੇਰੇ ਇਹਨਾਂ ਕਮੈਂਟਾਂ ਤੇ ਮੈਨੂੰ ਕਈ ਲੋਕਾਂ ਨੇ ਕਿਹਾ ਵੀ ਤੂੰ ਵੈਬ ਸੀਰੀਜ਼ ਤੇ ਕੰਮ ਕਿਉਂ ਨਹੀਂ ਕਰਦਾ, ਇਹਦੇ 'ਚ ਮੈਨੂੰ ਕੁਝ ਵੈਬ ਸੀਰੀਜ਼ ਦੇ ਨਾਮ ਵੀ ਦੱਸੇ ਉਹਨਾਂ ਨੇ, ਔਰ ਮੈਂ ਸੱਚੀ ਉਹਨਾਂ ਵੈਬ ਸੀਰੀਜ਼ ਨੂੰ ਪੈਸੇ ਖਰਚ ਕੇ ਪਹਿਲਾਂ ਡਾਊਨਲੋਡ ਕੀਤਾ, ਵੇਖਿਆ ਹੈ ਕੀ ਉਹਦੇ 'ਚ, ਸੁਣਿਆ ਆਪਣੇ, ਜਦੋਂ ਮੈਂ ਟਰੈਵਲ ਕਰਦਾ ਜਾਂਦਾ ਬਾਹਰ ਜਾਂ ਆਪਣੇ ਜੂਨੀਅਰਸ ਨੂੰ ਕਿਹਾ ਬੇਟਾ ਇਹਨੂੰ ਸੁਣੋ ਸਮਝੋ ਕੀ ਹੈਗਾ, ਔਰ ਵਾਕਈ ਮੈਨੂੰ ਬਹੁਤ ਸ਼ਰਮ ਆਈ। ਉਹ ਜੋ ਸ਼ਬਦਾਂ ਦਾ ਇਸਤੇਮਾਲ ਕਰਦੇ ਨੇ ਉਹ ਅਸੀਂ ਘਰਾਂ 'ਚ ਕੀ ਆਪਣੇ ਯਾਰਾਂ ਦੋਸਤਾਂ 'ਚ, ਅਸੀਂ ਮੁੰਡੇ ਵੀ ਆਪਸ 'ਚ ਬਹਿ ਕੇ ਨਹੀਂ ਕਰ ਸਕਦੇ, ਮੁੰਡੇ ਕੁੜੀਆਂ ਤੇ ਕੀ ਕਰਾਂਗੇ ਅਸੀਂ ਆਪਸ 'ਚ। ਔਰ ਵਿਦਿਨ 1 ਮੰਥ ਮੈਂ ਆਪਣੇ ਪੰਜਾਬ ਦੀ ਗੱਲ ਨੂੰ ਦਿਲ ਤੇ ਲੈ ਕੇ, ਦਿਮਾਗ ਤੇ ਲੈ ਕੇ, ਮੇਰੀ 20 ਬੰਦਿਆਂ ਦੀ ਟੀਮ ਇਹਦੇ ਤੇ ਕੰਮ ਕਰ ਰਹੀ ਹੈ, ਔਰ ਪੂਰੀ ਤਰ੍ਹਾਂ ਅੱਜ ਤੁਹਾਨੂੰ ਇੱਕ ਹੋਰ ਵਧੀਆ ਗੱਲ ਦੱਸ ਦਿੰਦਾ, ਚਲੋ ਇਸੇ ਮਾਧਿਅਮ ਰਾਹੀਂ ਸ਼ਾਇਦ YouTube ਤੱਕ ਪਹੁੰਚ ਜਾਵੇ। ਜਿੰਨੇ ਸੋਸ਼ਲ ਮੀਡੀਆ ਚੈਨਲਸ ਨੇ ਉਹਨਾਂ ਦੇ ਉੱਤੇ ਅੱਜ ਕੋਈ ਵੀ ਰੀਜਨਲ ਕੰਟਰੋਲਰ ਨਹੀਂ ਹੈਗਾ। ਰੀਜਨਲ ਕੰਟਰੋਲਰ ਦਾ ਮਤਲਬ ਕਿ ਮੇਰੀ ਰਿਸਰਚ ਟੀਮ ਦੀ ਗੱਲ ਹੈ, ਰੀਜਨਲ ਦਾ ਮਤਲਬ ਕਿ ਉਹਨੇ YouTube ਨੇ ਅਮਰੀਕਾ ਬੈਠੇ ਇੱਕ ਕੰਮ ਬਣਾਤਾ, ਅਬਿਊਜ਼ ਨਹੀਂ ਆਣੀ ਚਾਹੀਦੀ, ਪਰ ਉਹਨੂੰ ਸਾਡੀ ਪੰਜਾਬੀ ਦੀ ਦੇਸੀ ਗੱਲ ਬਾਰੇ ਉਹਨੂੰ ਕੀ ਪਤਾ। ਮੈਂ ਰੀਜਨਲ ਬੰਦੇ ਅਪਾਇੰਟ ਕਰਵਾਉਣ ਲੱਗਾ ਥਰੂ ਮਾਈ ਰਿਟ ਬਿਫੋਰ ਆਨਰੇਬਲ ਹਾਈ ਕੋਰਟ ਔਰ ਸੁਪਰੀਮ ਕੋਰਟ ਕਿ YouTube ਨੇ ਜੇ ਪੰਜਾਬ 'ਚ ਚੱਲਣਾ ਹੈ ਉਹਨੂੰ ਪੰਜਾਬ 'ਚ ਇੱਕ ਰੀਜਨਲ ਬੰਦਾ ਰੱਖਣਾ ਪਏਗਾ ਜਿਹੜਾ ਰੀਜਨਲ ਲੈਂਗੁਏਜ ਦਾ ਮਤਲਬ ਸਮਝਦਾ ਹੈ। ਹਰਿਆਣੇ 'ਚ ਜੇ ਚੱਲੇਗਾ ਚੈਨਲ, ਨਹੀਂ ਤਾਂ ਹਰਿਆਣੇ 'ਚੋਂ, ਪੰਜਾਬ 'ਚੋਂ, ਚੰਡੀਗੜ੍ਹ 'ਚੋਂ ਤੇ ਬੈਨ ਜ਼ਰੂਰ ਹੋਏਗਾ, ਨਹੀਂ ਤਾਂ ਉਹਨੂੰ ਰੀਜਨਲ ਬੰਦਾ ਰੱਖਣਾ ਪਏਗਾ, ਰੀਜਨਲ ਲੈਂਗੁਏਜ ਨੂੰ ਸਮਝਣ ਵਾਲਾ। ਇਸੇ ਤਰ੍ਹਾਂ ਇਹ ਚੀਜ਼ਾਂ ਮੁੜ ਕੇ ਰੈਪਲੀਕੇਟ ਕਰਾਂਗਾ। ਸੁਪਰੀਮ ਪਹਿਲਾਂ ਹਾਈ ਕੋਰਟ ਤੋਂ ਮੈਂ ਲੈ ਲਵਾਂ ਰਿਲੀਫ, ਇਹ ਸੇਮ ਪਟੀਸ਼ਨ ਮੁੜ ਕੇ ਹਾਈ ਕੋਰਟ 'ਚ, ਮਾਨਯੋਗ ਸੁਪਰੀਮ ਕੋਰਟ 'ਚ ਪਏਗੀ। ਚਲੋ ਵਕੀਲ ਸਾਹਿਬ ਤੁਸੀਂ ਆਪਣਾ ਪੱਖ, ਇਹ ਮੈਂ ਤੁਹਾਨੂੰ ਇੱਕ ਪੁਆਇੰਟ ਦੱਸਿਆ, ਇਹਦੇ ਨਾਲ ਦੇ 70 ਪੁਆਇੰਟ ਨੇ। ਜਿਹੜੇ ਕਮੈਂਟਾਂ 'ਚ ਗਾਲਾਂ ਲਿਖਦੇ ਉਹਨਾਂ ਦੇ ਪਰਚੇ ਹੋਣਗੇ, 10 ਕੀ ਪਰਚੇ ਕਰਾਣੇ, ਮੁੜ ਕੇ ਬੰਦ ਹੋ ਜਾਣੀਆਂ। ਗੱਲ ਲਿਖੋ ਨਾ ਆਪਣੀ, ਮਰਦ ਦੇ ਬੱਚੋ, ਤੇ ਗੱਲ ਲਿਖੋ, ਗਾਲ ਕਿਉਂ ਕੱਢਦੇ ਹੋ? ਤੇ ਜਿਹੜੇ ਬੰਦੇ ਗਾਲ ਲਿਖਦੇ ਆ ਉਹ 10ਵੀਂ ਪਾਸ ਨਹੀਂ ਕਰ ਸਕੇ, ਤੇ ਜਿਹੜਾ ਬੰਦਾ 10ਵੀਂ ਪਾਸ ਨਹੀਂ ਕਰਦੇ, ਇਹੋ ਜਿਹੇ ਬੰਦੇ ਦਾ ਉਹ ਕਹਿੰਦੇ ਨਾ ਪਿੰਡ 'ਚ ਹਾਥੀ ਆ ਜੇ ਤੇ ਬੜੇ ਕੁੱਤੇ ਭੌਂਕਦੇ, ਉਹਨਾਂ ਦੀ ਪੂਛ ਜ਼ਰੂਰ ਵੇਖਿਆ ਕਰੋ ਕਿੱਥੇ ਆ। ਇਸ ਗੱਲ ਦਾ ਸਵਾਲ, ਇਸ ਗੱਲ ਦਾ ਮਤਲਬ ਕਿਸੇ ਉਹਦੇ ਨਾਲ ਨਹੀਂ ਹੈ, ਕਿਸੇ ਦੀ ਉਦਾਹਰਣ ਦੱਸ ਰਿਹਾ ਮੈਂ। ਨਹੀਂ, ਕਿਸੇ ਦੀ ਸਿਆਣਪ ਦਾ ਤੁਸੀਂ ਮਾਪਦੰਡ 10ਵੀਂ ਜਾਂ +2 ਹੈ ਜਾਂ MA ਉਹਦੇ ਨਾਲ ਕਰੋਗੇ? ਸਾਡੇ ਦੁਨੀਆ ਦੇ ਵਿਗਿਆਨੀ ਜਿੰਨੇ ਜਾਰਜ ਸਟੀਫਨ, ਉਹਨਾਂ ਤੋਂ ਇਲਾਵਾ ਚੌਥੀ ਪਾਸ ਬੰਦੇ ਐਡੀਸਨ ਸਾਹਿਬ, ਸਾਰੇ ਅਨਪੜ੍ਹ ਜਿਹਨੇ ਵਿਗਿਆਨੀ ਜਿਹੜੇ ਨੇ। ਪਰ ਮੇਰੀ ਇੱਕ ਸ਼ਰਤ ਹੈ, ਅੱਜ ਦੇ ਜ਼ਮਾਨੇ 'ਚ ਵੋਟਿੰਗ ਲਈ ਘੱਟੋ ਘੱਟ ਗ੍ਰੈਜੂਏਟ ਬੰਦਾ ਲਵੋ, ਜਿਹਨੂੰ ਪੁੱਛੋ ਕਿ ਕਿਆ ਅਸੀਂ ਆਪਣੇ ਵੰਸ਼ ਨੂੰ, ਆਪਣੇ ਪਰਿਵਾਰ ਨੂੰ, ਆਪਣੇ ਪੰਜਾਬ ਨੂੰ ਇਹ ਵਿਰਾਸਤ 'ਚ ਦੇ ਕੇ ਜਾਣਾ ਚਾਹੁੰਦੇ ਹਾਂ ਗੰਦੀਆਂ ਗਾਲਾਂ। 10ਵੀਂ ਪਾਸ ਬੰਦੇ ਦੇ ਕਮੈਂਟ, ਜਿਹੜਾ ਫੇਲ ਹੋ ਗਿਆ ਜਾਂ ਨਕਲ ਮਾਰ ਕੇ ਪਾਸ ਕਰ ਗਿਆ, ਉਹ ਜਿਹੇ ਬੰਦੇ ਦੇ ਕਮੈਂਟ ਦੀ ਕੋਈ ਵੈਲਿਊ ਨਹੀਂ। ਤੁਸੀਂ 10ਵੀਂ ਪਾਸ ਦੀ ਜਾਂ ਪੜ੍ਹਾਈ ਦੀ ਗੱਲ ਕਰਦੇ ਹੋ, ਜਿਹੜੇ ਸਾਇੰਟਿਸਟ ਹੋਏ ਨੇ, ਜਿੰਨੇ ਵਿਗਿਆਨੀ ਨੇ, ਜੇਕਰ ਜਿਨ੍ਹਾਂ ਦੀ ਮਹਾਨ ਘਾਲਣਾ, ਜਿਨ੍ਹਾਂ ਦੇ ਸਦਕਾ 'ਚ ਆਪਾਂ ਲਾਈਟ ਦੀ ਗੱਲ ਕਰ ਲੈਂਦੇ ਹਾਂ, ਜਾਰਜ ਸਟੀਫਨ ਜੀ ਸਨ, ਐਡੀਸਨ ਸਾਹਿਬ ਨੇ, ਹੋਰ ਜਿੰਨੇ ਉਹ ਹੋਏ ਨੇ, ਉਹ ਸਾਰੇ ਅਨਪੜ੍ਹ ਸਨ, ਉਹਨਾਂ ਨੇ ਏਡੀਆਂ ਮਹਾਨ ਖੋਜਾਂ ਕਰੀਆਂ ਨੇ। ਅੱਜ ਮਤਲਬ ਤੁਹਾਡੇ ਕਮੈਂਟਾਂ ਵਾਸਤੇ ਮਤਲਬ ਪਹਿਲਾਂ ਇਹ ਮਾਪਦੰਡ ਕਰਨੇ ਪੈਣਗੇ ਕਿ ਉਹ BA ਹੋਵੇ ਜਾਂ ਕੋਈ। ਬਹੁਤ ਸੋਹਣੀ ਗੱਲ ਹੈ। ਇਹਦੇ ਗੱਲ ਦੱਸੋ ਵੀ ਕਰੋੜਾਂ 'ਚੋਂ ਕਿੰਨੇ ਸੀ? ਕਰੋੜਾਂ ਦੀ, ਅਰਬਾਂ ਦੀ ਆਬਾਦੀ 'ਚੋਂ ਕਿੰਨੇ ਲੋਕ ਨੇ? ਔਰ ਇਹ ਜਿਹੜੇ ਘਰ ਬਹਿ ਕੇ ਗਾਲਾਂ ਕੱਢਦੇ ਆ, ਇਹਨਾਂ ਨੂੰ ਪੁੱਛੋ ਵੀ ਆਪਣੀ ਮਾਂ ਵਾਸਤੇ ਉਹ ਸ਼ਬਦ ਵਰਤਦੇ ਨੇ? ਇਹਨਾਂ ਵਾਸਤੇ ਸ਼ਿਕੰਜਾ ਕੱਸਣ ਲੱਗਾ ਮੈਂ, ਇਹਨਾਂ ਤੇ ਪਰਚੇ ਹੋਣਗੇ। ਮਹੀਨਾ ਕਿ ਖਲੋ ਜੋ, ਤੁਸੀਂ ਗੱਲ ਰੱਖੋ ਆਪਣੀ, ਮੈਨੂੰ ਸਮਝ ਲੱਗਦੀ ਹੈ। ਤੁਸੀਂ ਬਣ ਕੇ ਵਿਖਾਓ ਨਾ ਨਿਊਟਨ, ਤਾਂ ਮੈਂ ਇਹਨਾਂ ਨੂੰ ਮੰਨਾਂ ਕਿ ਵਾਕਈ ਇਹ ਵਿਦਵਾਨ ਨੇ। ਬਣ ਕੇ ਵਿਖਾਓ ਐਡੀਸਨ, ਬਣ ਕੇ ਵਿਖਾਓ ਰੋਬਰਟ, ਫਿਰ ਮੈਂ ਤੁਹਾਨੂੰ ਦੱਸਾਂ ਕੀ ਖੋਜ ਕੀਤੀ ਇਹਨਾਂ ਨੇ ਸਿਵਾਏ ਚਿੱਟਾ ਲਾਉਣ ਤੋਂ। ਨਹੀਂ ਹੋ ਸਕਦਾ ਅਗਲੇ ਦੀ ਜਿਹੜੀ ਮਨ ਦੀ ਭਾਵਨਾ, ਮਨ ਦੀ ਭਾਵਨਾ ਪਬਲਿਕਲੀ ਤੁਸੀਂ ਬੰਦਿਆਂ ਵਾਂਗੂ ਰੱਖੋ ਨਾ। ਆਹ ਕੀ ਤਰੀਕਾ ਹੋਇਆ ਵੀ ਤੁਸੀਂ ਗਾਲਾਂ ਕੱਢੋਗੇ? ਹੋ ਸਕਦਾ ਤੁਹਾਡੀ, ਹੁਣ ਤੁਸੀਂ ਮੈਨੂੰ ਗਾਲਾਂ ਕੱਢਣ ਲੱਪੋ ਜਾਂ ਮੈਂ ਤੁਹਾਨੂੰ ਕੱਢਣ ਲੱਪਾਂ? ਕਿਆ ਹੈ ਸਾਡੀ ਮਰਿਆਦਾ 'ਚ ਲਿਖਿਆ, ਕਿਆ ਸਾਡੇ ਗ੍ਰੰਥਾਂ 'ਚ ਲਿਖਿਆ? ਇਹ ਮਾਪਦੰਡ ਨੇ ਨਾ, ਦੇਖੋ ਜਿਹੜੇ ਮਾਪਦੰਡ ਨੇ ਸੋਸ਼ਲ ਮੀਡੀਆ ਦੇ, YouTube ਹੈ, Facebook ਹੈ, ਕੋਈ ਵੀ ਹੈ ਜਿਹੜੀ ਆਪਣੇ ਸਟੇਸ਼ਨ ਹੋਵੇ, ਪਰ ਉਹਦੇ ਵਿੱਚ ਜਿਹੜੇ ਮਾਪਦੰਡ ਨੇ ਉਹ ਤਾਂ ਸਾਡੀਆਂ ਸਰਕਾਰਾਂ ਨੇ ਪਾਲਿਸੀ ਬਣਾਉਂਦੀਆਂ ਨੇ, ਬਿਊਰੋਕ੍ਰੇਸੀ ਹੈ ਜਿਹੜੀ ਇਸ ਕੰਮ ਦੇ ਉੱਪਰ ਲੱਗੀ ਹੋਈ ਹੈ। ਪਰ ਅੱਜ ਪ੍ਰਸਾਰ ਭਾਰਤੀ ਹੈ, ਉਹਦੇ ਅਧੀਨ ਨੇ ਕਈ ਚੀਜ਼ਾਂ ਨੇ ਜਿਹੜੀਆਂ ਆਪਾਂ, ਚਾਹੇ ਰੇਡੀਓ TV ਹੈ। ਆਪਾਂ ਮੇਰੀ ਲੜਾਈ 10ਵੀਂ ਪਾਸ ਜਾਂ 10ਵੀਂ ਫੇਲ ਨਹੀਂ ਹੈ ਭਾਜੀ, ਵਿਚਾਰ ਕੋਈ ਵੀ ਰੱਖ ਸਕਦਾ। ਰੱਖੋ, ਪਰ ਵਿਚਾਰ ਰੱਖੋ, ਗਾਲਾਂ ਨਾ ਕੱਢੋ। ਮੇਰੀ ਗੱਲ ਬੜੀ ਕਲੀਅਰ ਹੈ। ਮੈਂ 10ਵੀਂ ਪਾਸ ਜਾਣ ਕੇ ਸ਼ਬਦ ਵਰਤਿਆ। ਮੇਰੇ ਬਜ਼ੁਰਗ ਵੀ 10ਵੀਂ ਪਾਸ ਸੀ, ਮੇਰੇ ਦਾਦਾ ਜੀ ਪਲੇਟੀਅਰ ਸੀ, ਉਹਨਾਂ ਨੇ ਵੀ ਭਲੇ ਜ਼ਮਾਨੇ 'ਚ 10ਵੀਂ ਹੀ ਕੀਤੀ ਸੀ। 10ਵੀਂ ਪਾਸ ਦਾ ਮਤਲਬ ਇਹ ਨਹੀਂ ਮੈਂ ਕਹਿਣਾ ਚਾਹੁੰਦਾ ਕਿ 10ਵੀਂ ਪਾਸ ਵਾਲਾ ਨਲਾਇਕ ਹੁੰਦਾ। ਤੁਹਾਡੀ ਕਾਬਲੀਅਤ ਕਿੰਨੀ ਹੈ? ਚੌਥੀ ਪਾਸ ਬੰਦਾ ਜਾਂ ਚੌਥੀ ਫੇਲ ਬੰਦਾ ਵਿਸ਼ਾਲ ਮੈਗਾ ਮਾਰਟ ਦਾ ਮਾਲਕ ਹੈ। ਵਪਾਰੀ ਧੀਰੂ ਭਾਈ ਅੰਬਾਨੀ ਦੀ ਕੁਆਲੀਫਿਕੇਸ਼ਨ ਚੈੱਕ ਕਰਕੇ ਦੇਖੋ। ਵਾਕਈ ਤੁਸੀਂ ਗੱਲ ਬਿਲਕੁਲ ਸੱਚੀ ਕਹੀ, ਮੈਂ ਵੀ ਉਹੀ ਗੱਲ ਕਹਿਣਾ। ਪਰ ਉਹਨਾਂ ਨੇ ਸਮਾਜ ਨੂੰ ਕੁਝ ਦਿੱਤਾ, ਆਪਣੀ ਕਾਬਲੀਅਤ ਨਾਲ ਦੁਨੀਆ ਦੇ ਅੱਗੇ ਬਣੇ।
ਕੁਝ ਬੈਂਚਮਾਰਕ ਬਣ ਕੇ ਵਿਖਾਇਆ, ਮਾਡਲ ਬਣ ਕੇ ਵਿਖਾਇਆ। ਯੈਸ ਐਨੀਬਾਡੀ ਕੈਨ ਡੂ। ਸਾਡੇ ਸ਼ਾਇਦ ਜਿਹੜੇ ਡਿਵਾਈਨ ਪ੍ਰੋਫਿਟ ਰੱਬ ਸੀ, ਉਹਨਾਂ ਦੀ ਕੁਆਲੀਫਿਕੇਸ਼ਨ ਕਿਤੇ ਵੀ ਨਹੀਂ ਲਿਖੀ ਹੋਈ, ਔਰ ਉਹ ਵੀ ਮਨੁੱਖੀ ਦੇਹ 'ਚ ਆਏ, ਉਹਨਾਂ ਨੇ ਇੰਨੇ ਚਮਤਕਾਰ ਕੀਤੇ ਨੇ। ਮੈਂ ਹੁਣ ਸਹੀ ਮੁੱਦੇ ਤੇ ਆ ਰਿਹਾ, ਮੈਂ ਇਹਨਾਂ ਵੀਰਾਂ ਨੂੰ ਵੀ ਕਹਿੰਦਾ ਵੀ ਘਰ ਬਹਿ ਕੇ ਗੰਦੀਆਂ ਗਾਲਾਂ ਲਿਖਣ ਨਾਲੋਂ ਜੁੜੋ ਮੇਰੇ ਨਾਲ। ਜੇ ਤੁਹਾਨੂੰ ਲੱਗਦਾ ਮੈਂ ਗਲਤ ਗੱਲ ਕਰ ਰਿਹਾ, ਜੇ ਤੁਹਾਨੂੰ ਚਾਹੀਦਾ ਗਨ ਕਲਚਰ ਆਉਣਾ ਚਾਹੀਦਾ, ਮੇਰੀ ਗੱਲ ਉੱਥੇ ਸ਼ੁਰੂ ਹੋਈ ਸੀ। ਮੈਂ ਕਹਿੰਦਾ ਵੀ ਜੇ ਤੁਸੀਂ ਕਹਿੰਦੇ ਹੋ ਗਨ ਕਲਚਰ ਆਉਣਾ ਚਾਹੀਦਾ, ਨਿਊਡਿਜ਼ਮ ਆਉਣਾ ਚਾਹੀਦਾ, ਇਹ ਗੰਦਾ ਕੰਮ ਜਿੰਨਾ ਵੀ ਹੈਗਾ ਵਾਟ ਐਵਰ ਡਰੱਗਸ ਇਹ ਉਹ ਆਉਣਾ ਚਾਹੀਦਾ ਹੈ, ਸਿਆਣੇ ਬਣ ਕੇ ਇੱਕ ਵਾਰੀ ਵੋਟਿੰਗ ਕਰਕੇ ਵਿਖਾਓ। ਆਪਣੇ ਮਾਂ ਪਿਓ ਨੂੰ ਪੁੱਛ ਕੇ ਵੋਟ ਪਾ ਦਿਓ ਕਿ ਹਾਂਜੀ ਤੁਸੀਂ ਕਹੋ ਗਨ ਕਲਚਰ ਚਾਹੀਦਾ, ਮੰਮੀ ਤੇ ਡੈਡੀ ਦੀਆਂ 2 ਵੋਟਾਂ ਪਵਾ ਦਿਓ ਵੀ ਚਾਹੀਦਾ ਕਿ ਨਹੀਂ ਚਾਹੀਦਾ। ਤੁਹਾਨੂੰ ਤੁਹਾਡੀ ਗੱਲ ਦਾ ਜਵਾਬ ਮੌਕੇ ਤੇ ਮਿਲੇਗਾ। ਉਹਨਾਂ ਨੂੰ ਪਿਓਆਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੇ ਪੁੱਤ ਅੱਜ ਡਰੱਗਸ ਕਰਕੇ ਚਲੇ ਗਏ। ਜੇ ਆਪਾਂ ਅੱਜ ਵੀ ਪ੍ਰਮੋਟ ਕਰਨਾ ਚਾਹੁੰਦੇ ਹਾਂ, ਮੈਂ ਫਿਰ ਕਹਿੰਦਾ ਮੇਰੇ ਤੇ 1 ਜਾਂ 2 ਨਿਆਣੇ ਆ, ਉਹਨਾਂ ਨੂੰ ਬੰਦ ਕਮਰੇ 'ਚ ਤਾੜ ਲੂੰਗਾ। ਪੰਜਾਬ ਨੂੰ ਬਚਾ ਕੇ ਵਿਖਾਇਓ। ਅੱਧਾ ਪੰਜਾਬ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਪਹੁੰਚ ਗਿਆ, ਅੱਧਾ ਪੰਜਾਬ ਨਸ਼ਿਆਂ ਨੇ ਰੋੜਤਾ, ਬਚਿਆ ਖੁਚਿਆ ਮੀਡੀਆ ਤੇ ਉਹਨਾਂ ਨੇ ਰੋੜਤਾ। ਅੱਜ ਮੈਂ ਫਿਰ ਯਾਦ ਕਰਾਉਣਾ ਚਾਹੁੰਦਾ, ਉੜਤਾ ਪੰਜਾਬ ਫਿਲਮ ਆਈ ਸੀ, ਮੇਰੀ ਵੀ ਪੰਜਾਬ ਨੰਬਰ ਗੱਡੀ ਨੂੰ ਦਿੱਲੀ ਦੀ ਐਂਟਰੀ ਤੇ ਚੈੱਕ ਕੀਤਾ ਗਿਆ ਸੀ, ਕਿੱਧਰ ਸੇ ਆਇਆ? ਮੈਂ ਕਿਹਾ ਅੰਮ੍ਰਿਤਸਰ ਸੇ। ਕਹਿੰਦਾ ਲਾ ਗੱਡੀ ਸਾਈਡ ਤੇ, ਕੁੱਤੇ ਛੱਡਤੇ ਸੀ ਮੇਰੀ ਗੱਡੀ 'ਚ ਵੀ ਸੁੰਘ, ਇਹ ਵੇਖਣ 'ਚ ਸ਼ਰੀਫ ਲੱਗਦੇ, ਇਹਦੇ ਲਿਆਂਦਾ ਹੋਣਾ ਚਿੱਟਾ। ਸੋ ਇਹ ਸਾਡੇ ਮੀਡੀਆ ਦਾ ਅਸਰ ਦੂਜੀਆਂ ਸਟੇਟਾਂ 'ਚ ਪੰਜਾਬ ਲਈ ਬਣਿਆ। ਸੋ ਮੇਰੀ ਬੇਨਤੀ ਇਹ ਹੈ ਮੇਰੇ ਛੋਟੇ ਵੀਰਾਂ ਨੂੰ, ਮੈਂ ਤਾਂ ਜੱਫੀ ਪਾਉਣ ਨੂੰ ਤਿਆਰ ਹਾਂ, ਪਰ ਵਿਦਵਾਨ ਬਣੋ। ਪੜ੍ਹਾਈ ਜ਼ਰੂਰੀ ਨਹੀਂ, ਵਿਦਵਾਨ ਬਣੋ। ਜੋ ਸਾਡੇ ਤੁਸੀਂ ਰੋਲ ਮਾਡਲਾਂ ਦੇ ਨਾਂ ਲਏ ਨਾ, ਉਹ ਕਰੋੜਾਂ 'ਚੋਂ ਇੱਕ ਸੀ, ਉਹੋ ਜਿਹੇ ਬਣ ਕੇ ਵਿਖਾਓ। ਮੈਂ ਤੁਹਾਡੇ ਨਾਲ ਹਾਂ। ਚਲੋ ਠੀਕ ਹੈ। ਅੱਗੇ ਤੁਸੀਂ ਹੁਣ ਵਿੱਚ ਇਹਦੇ ਗੱਲ ਕਰੀ ਆ, ਉੜਤਾ ਪੰਜਾਬ ਫਿਲਮ ਆਈ ਸੀ। ਅੱਜ ਕਈ ਬੰਦੇ ਹੋਰ ਵੀ ਇਸ ਦਾ ਜਿਹੜੇ ਉਦਾਹਰਨ ਦੇ ਦਿੰਦੇ ਨੇ, ਉਹ ਕਹਿੰਦੇ ਨੇ ਕਿ ਉੜਤਾ ਪੰਜਾਬ ਫਿਲਮ ਆਈ ਸੀ, ਪੰਜਾਬ ਦਾ ਵੇਖੀ, ਉਹ 'ਚ ਹਕੀਕਤ ਬਿਆਨ ਕੀਤੀ ਗਈ ਹੈ। ਅੱਜ ਜਦੋਂ ਸਮਾਂ ਦੇਖਿਆ ਜਾਵੇ, ਪਿਛਲੀਆਂ ਖਬਰਾਂ ਤੁਸੀਂ ਦੇਖੋ, ਤੁਸੀਂ ਗੂਗਲ 'ਤੇ ਸਰਚ ਕਰੋ, ਪਿਛਲੇ ਸਮੇਂ ਦੇ ਦੌਰਾਨ ਹੀ ਲਗਭਗ 30 ਕੁਇੰਟਲ ਜਿਹੜਾ ਚਿੱਟਾ ਹੈ ਗੁਜਰਾਤ ਉਸ ਬੰਦਰਗਾਹ ਤੇ ਦਿੱਲੀ ਤੱਕ ਪਹੁੰਚਿਆ। ਠੀਕ ਹੈ, ਵੇਖਣਾ ਤਾਂ ਪੰਜਾਬ ਵਾਲਿਆਂ ਨੇ ਕਿ ਕਿਤੇ ਦਿੱਲੀ ਵਾਲੋਂ ਤਾਂ ਨਹੀਂ ਆਇਆ। ਲੋਕ ਤਾਂ ਅਜਿਹਾ ਕੁਝ ਸੋਚਣ ਲੱਗੇ ਨੇ, ਸਾਨੂੰ ਤਾਂ ਬਾਹਰਲਾ ਸਾਡਾ ਖਤਰਾ ਹੈਗਾ ਹੀ ਹੈਗਾ, ਸਾਡੇ ਤਾਂ ਅੰਦਰਲੇ ਮਾਰ ਰਹੇ ਨੇ। ਮੈਂ ਕਿਹਾ ਵੀਰ ਜੀ ਮੱਧ ਪ੍ਰਦੇਸ਼ ਵੀ ਚਿੱਟਾ ਵਿਕਣਾ ਸ਼ੁਰੂ ਹੋ ਗਿਆ। ਇਹਦੀ ਮੈਂ ਉਹੀ ਦੱਸਦਾ ਪਿਆ, ਜੇ ਅਸੀਂ ਸਮਾਜ ਦੀਆਂ ਅੱਖਾਂ ਬਣਾਂਗੇ। ਮੈਂ ਵਕੀਲ ਸਾਹਿਬ, ਮੈਂ ਕਿਹਾ ਸਾਡੇ ਘਰਾਂ ਤੱਕ ਪਹੁੰਚ ਚੁੱਕਾ ਹੈ। ਮੈਂ ਸ਼ਰੇਆਮ ਕਹਿੰਦਾ ਪਿਆ ਵੀ ਸਾਡੇ ਘਰਾਂ ਤੱਕ ਪਹੁੰਚ ਚੁੱਕਾ ਹੈ। ਅਸੀਂ ਸ਼ਹਿਰਾਂ 'ਚ ਰਹਿ ਰਹੇ ਹਾਂ, ਸਾਡੇ ਕਿਸੇ ਨਾ ਕਿਸੇ ਰਿਸ਼ਤੇਦਾਰ ਨੂੰ ਇਸ ਪਾਸੇ ਦੀ ਲੱਤ ਲੱਗੀ ਹੈ। ਅਸੀਂ ਉਹ ਵੇਲੇ ਜਿਹੜੇ ਰੀਫੋਰਮੇਸ਼ਨ ਹੋਮਸ ਵਿੱਚ ਜਮ੍ਹਾਂ ਕਰਾ ਚੁੱਕੇ ਹਾਂ, ਕਈ ਕੁਛ ਹੋਰ ਐਫਰਟ ਹੋ ਚੁੱਕੀਆਂ। ਅੱਜ ਵੀ ਮੌਕਾ ਹੈ ਜੇ ਪੰਜਾਬ। ਮੇਰੀ ਇੱਕ ਹੋਰ ਗੱਲ ਦੱਸਦਾ, ਚਲੋ ਮੈਂ ਲੋਕ ਕਹਿੰਦੇ ਨੇ ਮੈਂ ਸਿੱਧੂ ਨਾਲ ਲੜਦਾ ਰਹਿਣਾ, ਮੈਨੂੰ ਉਹਦਾ ਕੀ ਦੁੱਖ ਹੈ? ਉਹ ਗੰਨਾਂ ਦੇ ਗਾਣੇ ਗਾਉਂਦਾ ਸੀ ਤੇ ਰਿਜ਼ਲਟ ਕੀ ਹੋਇਆ? ਉਸੇ ਗਨ ਕਲਚਰ ਨੇ ਵਿਚਾਰੇ ਦੀ ਜਾਨ ਲਿੱਤੀ। ਸਾਨੂੰ ਦੁੱਖ ਹੈ ਉਸ ਗੱਲ ਦਾ। ਜੇ ਆਪਾਂ ਇਸ ਗੱਲ ਨੂੰ ਪ੍ਰਮੋਟ ਕਰਦੇ ਹਾਂ, ਕਿਤੇ ਨਾ ਕਿਤੇ ਸਾਡਾ ਯੂਥ ਨੈਗੇਟਿਵ ਹੋ ਰਿਹਾ, ਸਾਡਾ ਪਰਿਵਾਰ ਨੈਗੇਟਿਵ ਹੋ ਰਿਹਾ। ਅਸੀਂ ਵੀ ਵਿਆਹਾਂ ਤੇ ਇਹੋ ਜਿਹੇ ਗਾਣਿਆਂ ਤੇ ਨੱਚਦੇ ਹਾਂ, ਚਾਹੇ ਉਹ ਫੀਮ ਦਾ ਗਾਣਾ ਤੇ ਚਾਹੇ ਉਹ ਡਰੱਗਸ ਦਾ ਗਾਣਾ। ਉਹ ਸੁਸਾਇਟੀ ਦਾ ਪ੍ਰੈਸ਼ਰ ਸਾਨੂੰ ਝੱਲਣਾ ਪੈਂਦਾ। ਕਿਉਂ ਨਾ ਅਸੀਂ ਪੰਜਾਬ ਨੂੰ ਇੱਕ ਸੋਹਣਾ ਪੰਜਾਬ ਦੇ ਦੇਸ਼ ਹੈ ਵੀਰ ਜਵਾਨੋਂ ਕਾ ਅਲਬੇਲੋਂ ਕਾ ਮਸਤਾਨੋਂ ਕਾ। ਜੇ ਸਾਡੇ ਉਹ ਕੌਮ ਇੰਨੀ ਵਾਰੀਅਰ ਕੌਮ ਰਹੀ ਹੈ, ਸਾਡੇ ਗੁਰੂ ਮਹਾਰਾਜ ਨੇ ਸਾਡੇ ਲਈ ਲਿਖਤਾ 1.25 ਲੱਖ ਸੇ ਇੱਕ ਲੜਾਊਂ, ਇੰਨੀ ਤਾਕਤ ਸੀਗੀ ਤੇ ਵਾਕਈ ਕਈ ਕੌਮਾਂ ਨੂੰ ਸਲਵਾਰਾਂ ਪਾਉਣ ਤੇ ਮਜਬੂਰ ਕਰਤਾ ਸਾਡੇ ਗੁਰੂਆਂ ਨੇ। ਇਤਿਹਾਸ ਪੜ੍ਹ ਲਓ। ਪਰ ਭਾਜੀ ਉਹ ਤਾਂ ਲੜੇ ਤਾਂ ਯੋਧਿਆਂ ਨੇ, ਜਿਹੜੇ ਜੋ ਵੀ ਕੀਤਾ ਉਹ ਹਥਿਆਰਾਂ ਨਾਲ ਲੜੇ ਨੇ ਭਾਜੀ। ਹਥਿਆਰ ਕਿਦੋਂ ਚੁੱਕਿਆ? ਜਦੋਂ ਸਿਰੋਂ ਪਾਣੀ ਟੱਪ ਗਿਆ ਔਰ ਕਿਸੇ ਦੀ ਰੱਖਿਆ ਲਈ ਚੁੱਕਿਆ। ਸ਼ੌਂਕ ਨਾਲ ਕੋਈ ਹਥਿਆਰ ਕਿਸੇ ਸਾਡੇ ਗੁਰੂ ਮਹਾਰਾਜ ਨੇ, ਕਿਸੇ ਸਾਡੇ ਪੀਰ ਪੈਗੰਬਰ ਨੇ, ਕਿਸੇ ਵੀ ਸਾਡੇ ਵੱਡੇ ਨੇ ਨਹੀਂ ਸ਼ੌਕ ਕੀਤਾ ਕਿ ਮੈਂ ਆਪਣੀ ਤਾਕਤ ਵਿਖਾਉਣ ਲਈ। ਉਹਨਾਂ ਨੇ ਕੌਮ ਦੀ ਰੱਖਿਆ ਕਰਨ ਲਈ ਕੋਈ ਵੀ ਕੰਮ ਕੀਤਾ। ਗੁਰੂ ਨਾਨਕ ਦੇਵ ਜੀ ਨੇ ਜੇ ਪੰਜਾ ਲਾ ਕੇ ਪੰਜਾ ਸਾਹਿਬ ਗੁਰਦੁਆਰਾ ਬਣਿਆ, ਪੱਥਰ ਰੋਕਿਆ ਤੇ ਪਬਲਿਕ ਨੂੰ ਬਚਾਉਣ ਲਈ। ਸ਼ਾਇਦ ਗ੍ਰੰਥਾਂ 'ਚ ਜ਼ਿਕਰ ਹੈ, ਆਪਣੇ ਆਪ ਨੂੰ ਬਚਾਉਣ ਲਈ ਨਹੀਂ, ਔਰ ਦੁਨੀਆ ਨੂੰ ਸੁਣਿਆ ਦੇਣ ਲਈ ਉਹਨਾਂ ਨੇ ਚੰਗੇ ਕੰਮ ਕੀਤੇ ਨੇ। ਲੋੜ ਪੈਣ ਤੇ ਚੁੱਕਿਆ ਹਥਿਆਰ। ਇਹ ਲੋੜ ਤੇ ਮਜਬੂਰੀ ਦਾ ਪ੍ਰਤੀਕ ਹੈ, ਨਾ ਕਿ ਸ਼ੌਂਕ ਦਾ ਪ੍ਰਤੀਕ ਹੈ। ਇਹ ਗਾਣੇ ਸਾਨੂੰ ਲਚਰਪੁਣਾ ਸਿਖਾ ਰਹੇ ਨੇ, ਸ਼ੌਂਕ ਦਾ ਪ੍ਰਤੀਕ ਦਿਖਾ ਰਹੇ ਨੇ ਵੀ ਗਨ ਰੱਖੀ ਆ ਫਲਾਣੇ ਬੋਰ ਦੀ ਤੇ ਫਲਾਣਾ ਕੰਮ ਕਰ ਲਿਆ ਤੇ ਦਾਰੂ ਦੇ ਨਸ਼ੇ ਦੇ ਵਿੱਚ ਢੱਲੀ ਹੋ ਗਿਆ। ਬਟ ਯਾਰ ਨਹੀਂ। ਮੈਂ ਕਹਿੰਦਾ ਦਵਾਈ ਸ਼ਰਾਬ ਜਿਹੜੀ ਹੈ ਦਵਾਈਆਂ 'ਚ ਵੀ ਪੈਂਦੀ ਹੈ, ਫੀਮ ਦਵਾਈਆਂ 'ਚ ਪੈਂਦੀ ਹੈ, ਪੋਸਤ ਡੋਡੇ ਦਵਾਈਆਂ 'ਚ ਪੈਂਦੇ ਨੇ। ਪਰ ਜੇ ਉਹਦੀ ਮਾਤਰਾ ਸਹੀ ਰਹੇਗੀ ਤੇ ਉਹ ਚੰਗਾ ਅਸਰ ਕਰਨਗੀਆਂ। ਗਲਤ ਹੋਏਗੀ ਤੇ ਸੜਕਾਂ ਦੇ ਦੁਆਲੇ ਲੰਮੇ ਪਏ ਸਾਨੂੰ ਦਿਖਦੇ ਨੇ। ਤੇ ਜਿਸ ਪਰਿਵਾਰ ਦਾ ਪੁੱਤ, ਭਰਾ, ਮਾਂ, ਭੈਣ ਜਾਂਦੀ, ਉਸ ਪਰਿਵਾਰ ਨੂੰ ਪੁੱਛ ਕੇ ਵੇਖੋ, ਉਹਦਾ ਜਹਾਨ ਲੁੱਟਿਆ ਜਾਂਦਾ ਹੈ। ਔਰ ਅਸੀਂ ਉਹਦੇ ਕਸੂਰਵਾਰ ਹਾਂ। ਮੈਂ ਵੀ
ਚੋਰ ਉਦੋਂ ਤੱਕ ਚੋਰ ਨਹੀਂ ਜਦ ਤੱਕ ਮੈਂ ਉਹਨੂੰ ਚੋਰੀ ਕਰਨ ਦਿੰਦਾ। ਜੇ ਮੈਂ ਚੋਰੀ ਕਰਨ ਦਿੰਦਾ ਤੇ ਮੈਂ ਉਹਦੀ ਚੋਰੀ 'ਚ ਉਹਦਾ ਸਮਰਥਨ ਕਰ ਰਿਹਾ, ਮੈਂ ਵੀ ਗੁਨੇਗਾਰ ਹਾਂ, ਤੁਸੀਂ ਵੀ ਗੁਨੇਗਾਰ ਹੋ ਜੇ ਤੁਸੀਂ ਉਹਨਾਂ ਨੂੰ ਸਪੋਰਟ ਕਰਦੇ ਹੋ। ਤੇ ਮੈਂ ਸ਼ਰੇਆਮ ਤੁਹਾਡੇ ਮੂੰਹ ਤੇ ਕਹਿੰਦਾ ਤੁਸੀਂ ਵੀ ਗੁਨੇਗਾਰ ਹੋ। ਜੇ ਬਚਾਉਣਾ ਹੈ ਤੇ ਰੋਕਣਾ ਜ਼ਰੂਰੀ ਹੈ। ਚੰਗੀ ਐਂਟਰਟੇਨਮੈਂਟ ਕਰੋ, ਹੈਲਦੀ ਐਂਟਰਟੇਨਮੈਂਟ ਕਰੋ, ਜਿਹਦੇ 'ਚ ਮੈਂ ਤੁਹਾਡੀ ਤਾਰੀਫ ਕਰਾਂ, ਮੈਂ ਉਹਨਾਂ ਦੀ ਤਾਰੀਫ ਕਰਾਂ। ਤੇ ਮੈਂ ਇਸ ਕੰਮ ਲਈ ਸਾਰੇ ਪੰਜਾਬ ਨੂੰ ਜੱਫੀ ਪਾਉਣ ਨੂੰ ਤਿਆਰ ਹਾਂ। ਮੇਰੀ ਕਿਸੇ ਵਿਅਕਤੀ ਵਿਸ਼ੇਸ਼ ਨਾਲ, ਕਿਸੇ ਧਰਮ ਨਾਲ, ਕਿਸੇ ਜਾਤ ਨਾਲ, ਕਿਸੇ ਵਰਗ ਨਾਲ ਕੋਈ ਲੜਾਈ ਨਹੀਂ, ਕੋਈ ਨਾਰਾਜ਼ਗੀ ਨਹੀਂ। ਲੜਾਈ ਇੱਕੋ ਗੱਲ ਦੀ ਹੈ, ਗੰਦਗੀ ਤੋਂ ਫੈਲਾਉਣ ਤੋਂ ਰੋਕਣ ਦੀ। ਜੀ ਸੋ ਇਸ ਨਾਲ ਐਡਵੋਕੇਟ ਸੁਨੀਲ ਮੱਲਣ, ਜਿਨ੍ਹਾਂ ਨੇ ਹਥਿਆਰਾਂ ਨੂੰ ਪ੍ਰਮੋਟ ਕਰਨਾ ਜਾਂ ਫਿਰ ਨਸ਼ਿਆਂ ਦੀ ਗੱਲ ਹੋਵੇ ਉਸ ਦੇ ਬਾਬਤ ਆਪਣੇ ਸਮਾਜ ਨੂੰ ਬਚਾਉਣ ਵਾਸਤੇ ਇਸ ਸੰਬੰਧੀ ਇਹਨਾਂ ਦੀ ਮੁਹਿੰਮ ਹੈ। ਇਹਨਾਂ ਤੋਂ ਇਹ ਵੀ ਉਮੀਦ ਕਰਾਂਗੇ, ਜਿਵੇਂ ਪਹਿਲਾਂ ਵੀ ਇਹਨਾਂ ਨੂੰ ਸਵਾਲ ਕੀਤਾ ਸੀ, ਕਿ ਜੋ ਕੁਝ ਹਿੰਦੀ ਸੀਰੀਅਲ ਹੋਣ, ਫਿਲਮਾਂ ਹੋਣ, ਗੀਤ ਹੋਣ, ਉਹਨਾਂ ਦੇ ਵਿੱਚ ਜੋ ਨੰਗੇਜ ਵਿਖਾਇਆ ਜਾ ਰਿਹਾ, ਕਿਉਂਕਿ ਅੱਜ ਇੰਟਰਨੈਟ ਦੀ ਪਹੁੰਚ ਹਰ ਘਰ ਤੱਕ ਹੈ, ਹਰ ਅੱਖ ਤੱਕ ਇਸ ਦੀ ਪਹੁੰਚ ਹੈ। ਤਾਂ ਜਿੱਥੇ ਸਾਡੇ ਸਮਾਜਿਕ ਕਾਰਕੁਨ ਨੇ ਸਮਾਜ ਨੂੰ ਬਚਾਉਣ ਲਈ ਅੱਗੇ ਆਉਂਦੇ ਨੇ, ਉਹਨਾਂ ਨੂੰ ਵੀ ਇਸ ਪਾਸੇ ਸੋਚਣਾ ਪਏਗਾ। ਮਾਪਿਆਂ ਨੂੰ ਵੀ ਸੋਚਣਾ ਪਏਗਾ ਕਿ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਇੱਕ ਚੰਗੀ ਸਿੱਖਿਆ ਦੇ ਕੇ ਚੰਗੇ ਦੇਸ਼ ਦੇ ਨਾਗਰਿਕ ਬਣਾ ਕੇ ਤੇ ਆਪਣੇ ਦੇਸ਼ ਨੂੰ ਬੁਲੰਦੀ ਦੀਆਂ ਸਿਖਰਾਂ ਤੇ ਲੈ ਜਾਂਦੇ ਨੇ। ਕੈਮਰਾਮੈਨ ਸੋਨੂੰ ਵਿਰਕ ਦੇ ਨਾਲ ਮੈਂ ਸਾਹਿਬ ਸਿੰਘ ਵਿਰਕ, ਨਾਭਾ। ਧੰਨਵਾਦ।